हालेलुया हालेलुया। किन्ने लोग आज आनंदित ने? दो हाथ खड़े करो। हालेलुया क्योंकि असं ज्यादा आनंदित है। एक जोरदार ताड़ी मारो परमेश्वर की। और मैं तुहाडा सारिਆਂ ਦਾ ਇੱਥੇ ਆਉਣ ਦੇ ਉੱਤੇ ਸਵਾਗਤ ਕਰਦਾ ਔਰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਕਹਿੰਦਾ। ਸਾਰਿਆਂ ਨੂੰ ਜੈ ਮਸੀਹ ਦੀ। ਹਾਲੇਲੂਇਆ। ਅਸੀਂ ਪਿਛਲੇ ਐਤਵਾਰ ਕੀ ਵਚਨ ਸੁਣਿਆ ਸੀ? ਕਿਸੇ ਨੂੰ ਯਾਦ ਆ? ਕਿਸ ਚੀਜ਼ ਦੇ ਬਾਰੇ ਸਿੱਖਿਆ ਸੀਗਾ? ਦਾਨ ਦੇ ਬਾਰੇ। ਦਾਨ ਦਾ ਬੜਾ ਗੰਭੀਰ ਵਿਸ਼ਾ ਸੀਗਾ। ਸਾਨੂੰ ਪ੍ਰਭੂ ਦੇ ਅਨੁਗ੍ਰਹਿ ਦੇ ਦੁਆਰਾ ਪਤਾ ਲੱਗਾ ਵੀ ਦਾਨ ਕਿਵੇਂ ਦੇਣਾ ਚਾਹੀਦਾ ਹੈ। ਖੁਸ਼ੀ ਦੇ ਨਾਲ ਦੇਣ ਵਾਲੇ ਨੂੰ ਪਰਮੇਸ਼ਰ ਪਿਆਰ ਕਰਦਾ ਹੈ, ਨਾਰਾਜ਼ਗੀ ਦੇ ਨਾਲ ਨਹੀਂ, ਰੰਜ ਦੇ ਨਾਲ ਜਾਂ ਦੁੱਖ ਦੇ ਨਾਲ ਨਹੀਂ। ਹਾਲੇਲੂਇਆ। ਔਰ ਖੁਦਾ ਦੇ ਵਚਨਾਂ ਦੇ ਵਿੱਚ ਅਸੀਂ ਸਿੱਖਿਆ ਸੀਗਾ ਕਿ ਦਾਨ ਕਿੱਦਾਂ ਦੇਣਾ ਹੈ ਔਰ ਦਾਨ ਦੀ ਜਿਹੜੀ ਖਰੀ ਸਿੱਖਿਆ ਹੈ ਅਸੀਂ ਉਹਨੂੰ ਪ੍ਰਾਪਤ ਕੀਤਾ ਹੈ। ਮੈਂ ਵਿਸ਼ਵਾਸ ਕਰਦਾ ਤੁਸੀਂ ਇਹਨਾਂ ਵਚਨਾਂ ਨੂੰ ਫੋਲੋ ਕਰੋਗੇ। ਹਾਲੇਲੂਇਆ। ਆਓ ਅੱਜ ਅਸੀਂ ਇੱਕ ਅਦਭੁਤ ਵਿਸ਼ੇ ਦੇ ਬਾਰੇ ਸਿੱਖਣਾ ਹੈ। ਪ੍ਰਭੂ ਦੇ ਪਾਕ ਵਚਨਾਂ ਦੇ ਵਿੱਚੋਂ ਇੱਕ ਐਸਾ ਨਬੀ ਖੁਦਾ ਦਾ, ਐਸਾ ਦਾਸ, ਇੱਕ ਐਸਾ ਰਾਸਤਵਾਜ ਜਿਹੜੇ ਜਨਮ ਦੇ ਉੱਤੇ ਭਵਿੱਖਬਾਣੀਆਂ ਸਵਰਗ ਦੂਤਾਂ ਨੇ ਕੀਤੀਆਂ। ਹਾਲੇਲੂਇਆ। ਜਿਹਦੇ ਜਨਮ ਦੇ ਵੇਲੇ ਤੋਂ ਸਵਰਗ ਦੂਤਾਂ ਨੇ ਭਵਿੱਖਬਾਣੀਆਂ ਕੀਤੀਆਂ ਪਰ ਉਹ ਬਹੁਤਾ ਲੰਬਾ ਸਮਾਂ ਪ੍ਰਭੂ ਦੇ ਨਾਲ ਨਹੀਂ ਚੱਲ ਸਕਿਆ। ਇੱਕ ਇਹੋ ਜਿਹੇ ਕਾਰਨ ਆ ਜਿਹੜੇ ਪ੍ਰਭੂ ਦੇ ਕੋਲੋਂ ਸਾਨੂੰ ਜੁਦਾਈ ਪਾ ਦਿੰਦੇ ਆ, ਉਹ ਹੈਗਾ ਪਾਪ। ਹਾਲੇਲੂਇਆ। ਅੱਜ ਦੇ ਵਿਸ਼ਵਾਸੀਆਂ ਦੇ ਵਿੱਚ ਵੀ ਇਹ ਬਹੁਤ ਸਾਰੀ ਕਮੀ ਦੇਖਣ ਨੂੰ ਆਉਂਦੀ ਆ। ਜਦੋਂ ਅਸੀਂ ਪਾਪ ਕਰ ਲੈਂਦੇ ਅਸੀਂ ਖੁਦਾ ਦੇ ਕੋਲੋਂ ਕੀ ਹੋ ਜਾਂਦੇ ਆ? ਦੂਰ ਹੋ ਜਾਂਦੇ। ਸਾਰੇ ਧਿਆਨ ਕਰੋ ਇੱਧਰ। ਆਪਣਾ ਡੈਰੀ ਪੈਨ ਆਪਣਾ ਰੈਡੀ ਰੱਖੋ ਕਿਉਂਕਿ ਅਸੀਂ ਪ੍ਰਭੂ ਦੇ ਵਚਨ ਦੀਆਂ ਗੱਲਾਂ ਨੂੰ ਹੁਣ ਸਿੱਖਣਾ ਹੈ। ਹਾਲੇਲੂਇਆ। ਸਾਡੇ ਵਿੱਚ ਤੇ ਔਰ ਪ੍ਰਭੂ ਦੇ ਵਿੱਚ ਕੀ ਜੁਦਾਈ ਪਾਉਂਦਾ ਆ? ਉਹ ਹੈ ਪਾਪ। ਜਦੋਂ ਪਾਪ ਸਾਡੀ ਲਾਈਫ ਦੇ ਵਿੱਚ ਆ ਜਾਂਦਾ ਫਿਰ ਅਸੀਂ ਪ੍ਰਭੂ ਤੋਂ ਦੂਰ ਹੋ ਜਾਂਦੇ ਆ। ਔਰ ਇਦਾਂ ਹੀ ਇਹ ਖੁਦਾ ਦਾ ਇੱਕ ਦਾਸ ਜਿਹਦੇ ਜਨਮ ਦੇ ਵੇਲੇ ਤੋਂ ਹੀ ਭਵਿੱਖਬਾਣੀਆਂ ਸਟਾਰਟ ਹੋਈਆਂ, ਪੇਸ਼ਣ ਗੋਈਆਂ ਸਵਰਗ ਦੂਤਾਂ ਨੇ ਦਿੱਤੀਆਂ ਕਿ ਇੱਕ ਐਸਾ ਪੁੱਤਰ ਤੋਂ ਇਹ ਪੈਦਾ ਹੋਵੇਗਾ ਜਿਹੜਾ ਨਜ਼ੀਰ ਠਹਿਰੇਗਾ ਔਰ ਆਪਣੇ ਲੋਕਾਂ ਦਾ ਨਿਆਂ ਕਰੇਗਾ ਔਰ ਆਹ ਚੀਜ਼ਾਂ ਜਿਹੜੀਆਂ ਸ਼ੁੱਧ ਵਸਤਾਂ ਹੈ ਤੁਸੀਂ ਇਹਨਾਂ ਦੇ ਉੱਤੋਂ ਗਰੇਜ਼ ਕਰਨਾ ਹੈ। ਆਓ ਆਪਾਂ ਨਿਆਂਇਆਂ ਦੀ ਪੁਸਤਕ ਦੇ ਵੱਲੋਂ ਚੱਲੀਏ। ਉਹਦਾ 13 ਅਧਿਆਇ ਕੱਢੀਏ ਔਰ ਵਚਨ ਦੇ ਵਿੱਚੋਂ ਆਪਾਂ ਪੜਾਂਗੇ। ਧਿਆਨ ਦੇ ਨਾਲ ਸੁਣੋ ਸਾਰੇ। ਇਸਰਾਏਲੀਆਂ ਨੇ ਯਹੋਵਾ ਦੀ ਨਿਗਾਹ ਵਿੱਚ ਫੇਰ ਬਦੀ ਕੀਤੀ ਅਤੇ ਯਹੋਵਾ ਨੇ ਉਹਨਾਂ ਨੂੰ 40 ਵਰਿਆਂ ਤੋੜੀ ਫਿਲਿਸਤੀਆਂ ਦੇ ਹੱਥ ਸੌਂਪ ਦਿੱਤਾ। ਕਹਾਣੀ ਕੁਝ ਇਸ ਤਰ੍ਹਾਂ ਆ। ਪਰਮੇਸ਼ਵਰ ਦੇ ਲੋਕ ਜਿਹੜੇ ਇਸਰਾਏਲੀ ਕੌਮ ਆ ਉਹਨਾਂ ਨੇ ਕੁਝ ਐਸਾ ਪਾਪ ਕੀਤਾ ਕਿ ਪ੍ਰਭੂ ਦੀ ਨਿਗਾਹ ਦੇ ਵਿੱਚ ਉਹ ਬਦੀ ਠਹਿਰੀ ਆ। ਔਰ ਖੁਦਾ ਨੇ ਜਦੋਂ ਉਹਨਾਂ ਦਾ ਪਾਪ ਦੇਖਿਆ ਪ੍ਰਭੂ ਨੇ 40 ਸਾਲਾਂ ਦੇ ਲਈ ਦੁਸ਼ਮਣਾਂ ਦੇ ਹੱਥ ਵਿੱਚ ਇਸਰਾਏਲੀਆਂ ਨੂੰ ਦੇ ਦਿੱਤਾ। ਕਿਹਨਾਂ ਦੇ ਹੱਥ ਵਿੱਚ ਦੇ ਦਿੱਤਾ? ਦੁਸ਼ਮਣਾਂ ਦੇ। ਇਸਰਾਏਲੀ ਕੌਮ ਦੇ ਦੁਸ਼ਮਣ ਕੌਣ ਸੀ ਉਸ ਵੇਲੇ? ਫਿਲਿਸਤੀ ਲੋਕ ਜਿਹੜੇ ਪ੍ਰਭੂ ਨੂੰ ਨਹੀਂ ਮੰਨਦੇ ਸੀ। ਉਹ ਅਨਿਆ ਜਾਤੀਆਂ ਦੀ ਤਰ੍ਹਾਂ ਕੰਮ ਕਰਦੇ ਸੀ ਔਰ ਉਹ ਪ੍ਰਭੂ ਨੂੰ ਪਿਆਰ ਨਹੀਂ ਕਰਦੇ ਸੀ ਔਰ ਨਾ ਹੀ ਖੁਦਾ ਦੇ ਵਚਨਾਂ ਉੱਤੇ ਚੱਲਦੇ ਸੀ। ਔਰ ਪ੍ਰਭੂ ਨੇ ਇਹਨਾਂ ਦੀ ਬਦੀ ਦੇਖਦੇ ਹੋਏ ਆਪਣੀ ਕੌਮ ਦੀ 40 ਸਾਲਾਂ ਦੇ ਲਈ ਕੌਮ ਨੂੰ ਕਿੱਥੇ ਦੇ ਦਿੱਤਾ ਆ? ਦੁਸ਼ਮਣ ਦੇ ਹੱਥਾਂ ਦੇ ਵਿੱਚ। ਹਾਲੇਲੂਇਆ। ਜਦੋਂ ਦੁਸ਼ਮਣ ਦੇ ਹੱਥਾਂ ਦੇ ਵਿੱਚ ਕੌਮ ਦੇ ਦਿੱਤੀ ਗਈ ਔਰ ਕੌਮ ਨੇ ਆਪਣੀ ਦੁਹਾਈ ਜਿਹੜੀ ਪਰਮੇਸ਼ਵਰ ਦੇ ਅੱਗੇ ਦਿੱਤੀ ਆ, ਪ੍ਰਭੂ ਨੇ ਉਹਨਾਂ ਦੇ ਉੱਤੇ ਤਰਸ ਕਰਨ ਤੋਂ ਬਾਅਦ ਉਹਨਾਂ ਦੇ ਵਿੱਚੋਂ ਹੀ ਇੱਕ ਐਸਾ ਯੋਧਾ, ਐਸਾ ਇੱਕ ਜਾਂਬਾਜ਼, ਇੱਕ ਐਸਾ ਨਬੀ ਠਹਿਰਾਇਆ ਜਿਹੜਾ ਆਪਣੀ ਕੌਮ ਨੂੰ ਉਹਨਾਂ ਦੁਸ਼ਮਣਾਂ ਦੇ ਕੋਲੋਂ ਛਡਾਵੇਗਾ ਔਰ ਉਹਨਾਂ ਦਾ ਨਿਆਂ ਕਰੇਗਾ। ਹਾਲੇਲੂਇਆ। ਜਦੋਂ ਅਸੀਂ ਨਿਆਂਇਆਂ ਦੀ ਪੁਸਤਕ 13 ਅਧਿਆਇ ਦੀ ਪਹਿਲੀ ਵਚਨ ਨੂੰ ਦੇਖਦੇ ਆ ਉਹਦੇ ਵਿੱਚ ਸੈਮਸਨ ਦਾ ਜ਼ਿਕਰ ਆਉਂਦਾ। ਕਿਹਦਾ ਆਉਂਦਾ ਜੀ ਜ਼ਿਕਰ? ਸੈਮਸਨ ਉਹ ਜਾਂਬਾਜ਼ ਪਰਮੇਸ਼ਵਰ ਦਾ ਇੱਕ ਦਾਸ ਹੈ ਜਿਹਦੇ ਉੱਤੇ ਪਰਮੇਸ਼ਵਰ ਦਾ ਡਾਢੇ ਜ਼ੋਰ ਦੇ ਨਾਲ ਪਵਿੱਤਰ ਆਤਮਾ ਜਦੋਂ ਆਉਂਦਾ ਸੀਗਾ ਔਰ ਦੁਸ਼ਮਣਾਂ ਨੂੰ ਉਹ ਨਿਸਤੋ ਨਾਬੂਦ ਕਰ ਦਿੰਦਾ ਸੀ। ਹਾਲੇਲੂਇਆ। ਔਰ ਦੁਸ਼ਮਣ ਭੱਜਦੇ ਸੀ ਉਹਦੇ ਕੋਲੋਂ, ਭਾਵੇਂ ਉਹ ਖਾਲੀ ਹੱਥ ਸੀ। ਚਾਹੇ ਉਹ 30 ਮਨੁੱਖਾਂ ਨੂੰ ਵੱਢ ਦਿੰਦਾ ਸੀ, ਚਾਹੇ ਉਹ ਬੱਬਰ ਸ਼ੇਰਾਂ ਨੂੰ ਪਾੜ ਦਿੰਦਾ ਸੀ ਆਪਣੇ ਖਾਲੀ ਹੱਥਾਂ ਦੇ ਨਾਲ। ਪਰਮੇਸ਼ਰ ਦਾ ਆਤਮਾ ਉਹਦੇ ਨਾਲ ਇੰਨਾ ਬਲਪੂਰਵਕ ਕੰਮ ਕਰਦਾ ਸੀ। ਕਦੋਂ? ਜਦੋਂ ਉਹ ਵਿਸ਼ਵਾਸ ਦੇ ਵਿੱਚ ਪੱਕਾ ਸੀ ਔਰ ਖੁਦਾ ਦੇ ਉੱਤੇ ਈਮਾਨ ਰੱਖਦਾ ਸੀ। ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਅਸੀਂ ਜਾ ਕੇ ਸਿੱਖਣਾ ਆ। ਅੱਜ ਦਾ ਵਿਸ਼ਾ ਨੋਟ ਕਰੋ, ਫਾਊਂਡੇਸ਼ਨ ਦੇ ਬਾਰੇ। ਫਾਊਂਡੇਸ਼ਨ ਮੀਨਸ ਇੱਕ ਨੀਂਹ ਦੇ ਬਾਰੇ। ਨੀਂਹ ਜਦੋਂ ਆਪਾਂ ਕੋਈ ਵੀ ਮਕਾਨ ਸਟਾਰਟ ਕਰਦੇ ਆ ਪਹਿਲਾਂ ਸਾਰਿਆਂ ਤੋਂ ਕੀ ਬਣਦਾ ਜੀ? ਕਿ ਸਿੱਧੇ ਮਕਾਨ ਆਪਾਂ ਲੈਂਟਰ ਤੇ ਕਰ ਦਈਦਾ ਆ। ਪਹਿਲਾਂ ਸਾਰੇ ਜਾਣੇ ਆਪਾਂ ਕੀ ਬਣਾਉਂਦੇ ਆ? ਮਕਾਨ ਦੀ ਨੀਂਹ ਬਣਾਉਂਦੇ ਆ। ਨੀਂਹ ਮਜ਼ਬੂਤ ਹੋਣੀ ਚਾਹੀਦੀ ਕਿ ਕੱਚੀ? ਕਿੰਨੀ ਕੁ ਮਜ਼ਬੂਤ ਹੋਣੀ ਚਾਹੀਦੀ ਆ ਕਿ ਮਕਾਨ ਉਹਦੇ ਤੇ ਪੂਰੀ ਤਰੀਕੇ ਨਾਲ ਖੜਾ ਰਵੇ ਔਰ ਗਿਰੇ ਨਾ। ਚਾਹੇ ਉਹ ਤੇ ਭੁਚਾਲ ਦਾ ਕੋਈ ਅਸਰ ਨਾ ਹੋਵੇ, ਚਾਹੇ ਨਾ ਮੀਂਹ ਦਾ ਹੋਵੇ, ਨਾ ਉੱਤੇ ਕਿਸੇ ਵੀ ਵੈਦਰ ਦਾ ਜਾਂ ਕਿਸੇ ਹਵਾਵਾਂ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਉਹਦੇ ਤੇ ਕੋਈ ਵੀ ਨੁਕਸਾਨ ਨਾ ਹੋਵੇ। ਹਾਲੇਲੂਇਆ। ਏਦਾਂ ਹੀ ਇੱਕ ਜਦੋਂ ਅਸੀਂ ਆਤਮਿਕ ਰੀਤੀ ਦੇ ਨਾਲ ਦੇਖਦੇ ਹਾਂ, ਇੱਕ ਵਿਸ਼ਵਾਸੀ ਦੀ ਨੀਂਹ ਦਾ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਆ। ਜੇ ਮਕਾਨ ਦੀ ਆਪਾਂ ਦੁਨਿਆਵੀ ਤੌਰ ਤੇ ਦੇਖਦੇ ਆ ਉਹਦੀ ਨੀਂਹ ਮਜ਼ਬੂਤ ਹੋਊਗੀ ਤਾਂ ਹੀ ਮਕਾਨ ਲੰਬੇ ਸਮੇਂ ਲਈ ਖੜਾ ਰਹਿ ਸਕਦਾ।
ਤਾਂ ਜੇ ਇੱਕ ਆਤਮਿਕ ਤੌਰ ਤੇ ਵਿਸ਼ਵਾਸੀ ਦੀ ਨੀਂਹ ਦੇ ਬਾਰੇ ਜਾਣੀਏ ਤੇ ਇੱਕ ਵਿਸ਼ਵਾਸੀ ਦੀ ਨੀਂਹ ਦਾ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿ ਇੱਥੇ ਚੱਲ ਜਾਊਗਾ ਜੇ ਆਪਾਂ ਰੇਤ ਦੇ ਉੱਤੇ ਮਕਾਨ ਬਣਾ ਲਈਏ ਵਧੀਆ ਰਹੂਗਾ? ਪਾਣੀ ਖੜਾ ਰਵੇ ਉੱਥੇ ਜ਼ਮੀਨ ਦੇ ਉੱਤੇ ਕਿੰਨਾ ਕਿੰਨਾ ਆਪਾਂ ਉੱਥੇ ਮਾੜੀ ਜਿਹੀ ਨੀਂਹ ਬਣਾਈਏ ਐਵੇਂ 2 ਗਿੱਟਾਂ ਦੀ ਤਾਂ ਆਪਾਂ ਉੱਥੇ ਮਕਾਨ ਸਟਾਰਟ ਕਰ ਦਈਏ, ਇਦਾਂ ਠੀਕ ਰਹੂਗਾ? ਕਿੱਦਾਂ? ਆਪਾਂ ਨੂੰ ਮਿੱਟੀ ਵੀ ਉਹਦੀ ਪਰਖ ਕਰਨੀ ਪੈਂਦੀ ਹੈ ਕਿ ਇਹਦੀ ਮਿੱਟੀ ਜਿਹੜੀ ਮਜ਼ਬੂਤ ਆ, ਇਹ ਕਿਤੇ ਸੈੱਲ ਵਾਲੀ ਤਾਂ ਨਹੀਂ, ਇਹ ਕਿਤੇ ਰੇਤਾ ਵਾਲੀ ਤਾਂ ਨਹੀਂ ਕਿ ਆਪਾਂ ਨੀਂਹ ਪੱਟਦੇ ਹੋਈਏ ਹੋਰ ਕਿਤੇ ਉੱਤੇ ਲੈਂਟਰ ਦੇ ਵਜਨ ਦੇ ਨਾਲ ਹੀ ਮਕਾਨ ਥੱਲੇ ਗਿਰ ਜਵੇ। ਆਪਾਂ ਸਾਰੀਆਂ ਚੀਜ਼ਾਂ ਦੀ ਕੀ ਕਰਦੇ ਆ? ਪਰਖ ਕਰਦੇ ਆ। ਉਸ ਤੋਂ ਬਾਅਦ ਅਸੀਂ ਇੱਕ ਨਤੀਜੇ ਦੇ ਉੱਤੇ ਪਹੁੰਚਦੇ ਕਿ ਇਹ ਨਤੀਜੇ ਦੇ ਦੁਆਰਾ ਜਿਹੜਾ ਹੁਣ ਅਸੀਂ ਘਰ ਬਣਾਉਣਾ ਆ, ਇਹ ਇੱਥੇ ਵੱਡੀ ਬਿਲਡਿੰਗ ਤਿਆਰ ਕਰਨੀ ਹੈ, ਇਹ ਹੁਣ ਜਿਹੜੀ ਬਿਲਕੁਲ ਇਹ ਜਿਹੜੀ ਅਸੀਂ ਜਗ੍ਹਾ ਦੇਖੀ ਹੈ ਬਿਲਕੁਲ ਠੀਕ ਆ। ਹਾਲੇਲੂਇਆ। ਇੱਥੇ ਹੀ ਆਤਮਿਕ ਰੀਤੀ ਦੇ ਵਿੱਚ ਸਾਨੂੰ ਵਿਸ਼ਵਾਸੀ ਨੂੰ ਨੀਂਹ ਦੇ ਬਾਰੇ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਮੈਂ ਮਸੀਹ ਦੇ ਵਿੱਚ ਕਿੱਦਾਂ ਚੱਲਦਾ। ਜਦੋਂ ਨਵਾਂ ਵਿਸ਼ਵਾਸੀ ਹੁੰਦਾ ਉਦੋਂ ਖੁਦਾ ਦੇ ਵਿੱਚ ਵਧੀਆ ਤਰੀਕੇ ਨਾਲ ਚੱਲਦਾ, ਰੋਜੇ ਵੀ ਰੱਖਦਾ ਆ, ਪ੍ਰਭੂ ਦੇ ਵਚਨਾਂ ਨੂੰ ਵੀ ਚੱਲਦਾ ਆ, ਮੰਨਦਾ ਵੀ ਆ ਔਰ ਸੰਗਤੀ ਵੀ ਟਾਈਮ ਟੂ ਟਾਈਮ ਕਰਦਾ ਆ। ਜਿੱਦਾਂ ਜਿੱਦਾਂ ਉਹ ਓਲਡ ਹੋਈ ਜਾਂਦਾ, ਪੁਰਾਣਾ ਹੁੰਦਾ ਜਾਂਦਾ ਆ, ਫਿਰ ਉਹ ਬੇਕਾਬੂ ਹੋਈ ਜਾਂਦਾ, ਢਿੱਲਾ ਪਈ ਜਾਂਦਾ, ਫਿਰ ਉਹ ਆਪਣੀ ਮਨਮਰਜ਼ੀ ਕਰਦਾ ਆ। ਕੀ ਕਰਦਾ ਆ? ਆਪਣੀ ਮਨਮਰਜ਼ੀ। ਜੇ ਤਾਂ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਫੇਰ ਅਸੀਂ ਅੱਗੇ ਜਾ ਕੇ ਪੜਦਾ ਆ। ਜਿਸ ਦਾਸ ਦੇ ਵਿਖੇ, ਜਿਸ ਨਬੀ ਦੇ ਵਿਖੇ ਸਵਰਗ ਦੂਤਾਂ ਨੇ ਆ ਕੇ ਉਹਦੇ ਮਾਂ ਪਿਓ ਨੂੰ ਆ ਕੇ ਪੇਸ਼ਣ ਗੋਈਆਂ ਦਿੱਤੀਆਂ, ਭਵਿੱਖਬਾਣੀਆਂ ਕੀਤੀਆਂ ਵੀ ਇੱਕ ਐਸਾ ਤੁਸੀਂ ਪੁੱਤਰ ਨੂੰ ਪੈਦਾ ਕਰੋਗੇ ਜਿਹੜਾ ਨਜ਼ੀਰ ਹੋਏਗਾ, ਪਰ ਉਹਦੀ ਨੀਂਹ ਜਿਹੜੀ ਕੱਚੀ ਹੋਣ ਕਰਕੇ ਉਹ ਨਜ਼ੀਰ ਪੁਣੇ ਤੋਂ ਜਾਂਦਾ ਰਿਹਾ। ਪਰਮੇਸ਼ਰ ਨੇ ਉਹਨੂੰ ਬਹੁਤ ਲੰਬਾ ਚਲਾਉਣ ਦੇ ਲਈ ਤੈਅ ਕੀਤਾ ਸੀ, ਪਰ ਉਹ ਕੁਝ ਹੀ ਸਮੇਂ ਦੇ ਵਿੱਚ ਸਿਮਟ ਗਿਆ। ਸੋ ਅਸੀਂ ਜਦੋਂ ਮਸੀਹ ਦੇ ਵਿੱਚ ਚੱਲਦੇ ਹਾਂ, ਅਸੀਂ ਬਹੁਤ ਖਰਿਆਈ ਦੇ ਨਾਲ ਚੱਲਦੇ ਹਾਂ, ਅਸੀਂ ਇਮਾਨਦਾਰ ਹੁੰਦੇ ਹਾਂ, ਅਸੀਂ ਵਚਨ ਦੇ ਉੱਤੇ ਫੇਥ ਕਰਦੇ ਹਾਂ ਔਰ ਪ੍ਰਭੂ ਦੇ ਜਿੱਦਾਂ ਹੀ ਆਪਾਂ ਸਰਮਨ ਸੁਣਦੇ ਹਾਂ ਉਹਨਾਂ ਉੱਤੇ ਫੇਥ ਕਰਦੇ ਹਾਂ। ਹਰ ਵੇਲੇ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚ ਮਗਨ ਰਹਿੰਦੇ ਹਾਂ, ਪਰ ਜਿੱਦਾਂ ਜਿੱਦਾਂ ਅਸੀਂ ਟਾਈਮ ਪੈਂਦਾ ਜਾਂਦਾ ਆ ਅਸੀਂ ਢਿੱਲੇ ਪੈਂਦੇ ਜਾਂਦੇ। ਕੀ ਹੋ ਜਾਂਦਾ ਜੀ? ਅਸੀਂ ਢਿੱਲੇ ਪੈਂਦੇ ਹੋ ਜਾਂਦੇ। ਜਿੱਦਾਂ ਹੀ ਅਸੀਂ ਢਿੱਲੇ ਪੈ ਜਾਂਦੇ ਸ਼ੈਤਾਨ ਸਾਡੇ ਉੱਤੇ ਹਾਵੀ ਹੋ ਜਾਂਦਾ। ਅੱਗੇ ਜਾ ਕੇ ਅਸੀਂ ਵਚਨ ਦੇ ਵਿੱਚ ਜਦੋਂ ਅਸੀਂ ਅਧਿਐਨ ਕਰਨਾ ਪੜ੍ਹਨਾ ਆ, ਇੱਥੇ ਵੀ ਇਹ ਜਿੱਦਾਂ ਢਿੱਲਾ ਹੋਇਆ, ਇਹਦੀ ਨੀਂਹ ਕਮਜ਼ੋਰ ਹੋਈ, ਇਹਦੀ ਫਾਊਂਡੇਸ਼ਨ ਕਮਜ਼ੋਰ ਹੋਈ। ਜਿੱਦਾਂ ਹੀ ਫਾਊਂਡੇਸ਼ਨ ਕਮਜ਼ੋਰ ਹੁੰਦੀ ਹੈ ਇਹਦੀ, ਫਿਰ ਇਹ ਸ਼ੈਤਾਨ ਦੇ ਡਿੱਕੇ ਚੜ ਗਿਆ। ਇਹ ਆਪਣੇ ਦੇ ਵੀ ਨੁਕਸਾਨ ਦਾ ਕਾਰਨ ਠਹਿਰਿਆ, ਆਪਣੇ ਲੋਕਾਂ ਦੇ ਲਈ ਵੀ ਠਹਿਰਿਆ ਔਰ ਜਿਸ ਖੁਦਾ ਨੂੰ ਮੰਨਦਾ ਸੀ ਉਹਦੇ ਲਈ ਵੀ ਇਹ ਬੇਇੱਜ਼ਤੀ ਦਾ ਕਾਰਨ ਠਹਿਰਿਆ। ਉਹਨਾਂ ਲੋਕਾਂ ਨੇ ਇਹਦਾ ਤਮਾਸ਼ਾ ਬਣਾਇਆ ਉੱਥੇ। ਅੱਜ ਅਸੀਂ ਵੀ ਵਿਸ਼ਵਾਸ ਦੇ ਵਿੱਚ ਖਰੀ ਰੀਤੀ ਦਾ ਨਹੀਂ ਚੱਲਦੇ, ਅਸੀਂ ਇਮਾਨਦਾਰੀ ਦੇ ਨਾਲ ਨਹੀਂ ਚੱਲਦੇ, ਅਸੀਂ ਆਪਣੇ ਦੇ ਲਈ ਵੀ ਨੁਕਸਾਨ ਦਾ ਕਾਰਨ ਠਹਿਰਦੇ ਹਾਂ ਤੇ ਅਸੀਂ ਆਪਣੇ ਲੋਕਾਂ ਦੇ ਲਈ ਵੀ। ਹਾਲੇਲੂਇਆ। ਆਓ ਮੈਂ ਵਚਨ ਦੇ ਵਿੱਚੋਂ ਪੜਾਂਗਾ। ਦਾਨ ਦੇ ਟੱਬਰ ਵਿੱਚੋਂ ਇੱਕ ਜਣਾ ਮਾਨੋਆ ਨਾਮੇ ਸਾਰਾ ਦਾ ਸੀ, ਉਹਦੀ ਪਤਨੀ ਬਾਝ ਸੀ ਅਤੇ ਉਹ ਕੋਈ ਬਾਲ ਨਾ ਜਣੀ। ਯਹੋਵਾ ਦੇ ਦੂਤ ਨੇ ਉਸ ਤੀਵੀ ਨੂੰ ਦਰਸ਼ਨ ਦੇ ਕੇ ਆਖਿਆ, ਵੇਖ ਤੂੰ ਬਾਝ ਹੈ ਤੇ ਜਾਣਦੀ ਨਹੀਂ, ਪਰ ਤੂੰ ਗਰਭਵਤੀ ਹੋਵੇਗੀ ਤੇ ਪੁੱਤਰ ਨੂੰ ਜਣੇਗੀ। ਸੋ ਹੁਣ ਧਿਆਨ ਰੱਖੀਂ ਤੇ ਦਾਖ ਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀਂ, ਅਸ਼ੁੱਧ ਵਸਤਾਂ ਨਾ ਖਾਵੀਂ, ਕਿਉਂ ਜੋ ਵੇਖ ਤੂੰ ਹੁਣ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ, ਉਹਦੇ ਸਿਰ ਉੱਤੇ ਉਸ ਤਰ੍ਹਾਂ ਕਦੇ ਨਾ ਲੱਗੇ। ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ਵਰ ਦਾ ਨਜ਼ੀਰ ਹੋਵੇਗਾ ਅਤੇ ਫਿਲਿਸਤੀਆਂ ਦੇ ਹੱਥੋਂ ਇਸਰਾਏਲੀਆਂ ਦਾ ਬਚਾਓ ਕਰਨ ਲੱਗੇਗਾ। ਹਾਲੇਲੂਇਆ। ਸੋ ਆਪਾਂ ਕਹਾਣੀ ਸਾਰੇ ਨੇ ਦੇਖ ਲਈ, ਆਪਣੇ ਸਕ੍ਰਿਪਚਰ ਸਮਝ ਦੇ ਵਿੱਚ ਆ ਗਿਆ ਕਿਵੇਂ ਸਵਰਗਦੂਤ ਨੇ ਉਹਦੇ ਪਿਤਾ ਮਾਨੋਆ ਨੂੰ ਔਰ ਉਹਦੀ ਪਤਨੀ ਨੂੰ ਦਰਸ਼ਨ ਦੇ ਕੇ ਆਖਿਆ ਵੀ ਇਹ ਜਿਹੜਾ ਮੁੰਡਾ ਤੁਸੀਂ ਤੁਹਾਡੇ ਪੈਦਾ ਹੋਵੇਗਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹਦੀ ਜਿਹੜੀ ਪਤਨੀ ਆ ਮਾਨੋਆ ਦੀ, ਉਹ ਬਾਝ ਆ, ਉਹ ਬੱਚਾ ਨਹੀਂ ਜਣ ਸਕਦਾ। ਸਾਨੂੰ ਇੱਥੋਂ ਇਹ ਚੀਜ਼ ਪਤਾ ਲੱਗਦੀ ਕਿ ਪਰਮੇਸ਼ਵਰ ਦੇ ਲਈ ਕੁਝ ਵੀ ਕਰਨਾ ਜਿਹੜਾ ਆ ਉਹ ਅਸੰਭਵ ਨਹੀਂਗਾ। ਪਰਮੇਸ਼ਵਰ ਰੜ ਦੇ ਵਿੱਚ ਸਮੁੰਦਰ ਔਰ ਸਮੁੰਦਰ ਨੂੰ 2 ਭਾਗ ਕਰਨ ਦੀ ਸਾਮਰਥ ਰੱਖਦਾ। ਤਾੜੀ ਮਾਰੋ ਪਰਮੇਸ਼ਵਰ ਦੇ ਲਈ। ਹਾਲੇਲੂਇਆ। ਸਵਰਗਦੂਤ ਨੇ ਜਿੱਦਾਂ ਹੀ ਦਰਸ਼ਨ ਦੇ ਕੇ ਮਾਨੋਆ ਨੂੰ ਔਰ ਉਹਦੀ ਪਤਨੀ ਨੂੰ ਦੱਸਿਆ ਕਿ ਉਹ ਜਿਹੜਾ ਪੁੱਤਰ ਪੈਦਾ ਹੋਵੇਗਾ ਉਹ ਬਚਪਨ ਤੋਂ ਹੀ ਨਜ਼ੀਰ ਹੋਊਗਾ। ਲਿਖਿਆ ਜਿੱਦਾਂ ਹੀ ਉਹ ਗਰਭਵਤੀ ਹੋਈ ਉਹ ਪੇਟ ਤੋਂ ਹੀ ਨਜ਼ੀਰ ਸੀ ਔਰ ਇੱਕ ਹਾਰਡ ਇੰਸਟਰਕਸ਼ਨ ਉੱਥੇ ਦਿੱਤੀ ਗਈ ਵੀ ਇਹ ਜਿਹੜੀਆਂ ਚੀਜ਼ਾਂ ਆ ਇਹ ਤੁਸੀਂ ਨਹੀਂ ਖਾਣੀਆਂ, ਨਾ ਮੈਂ ਵਾਲੀਆਂ ਕੋਈ ਵਸਤੂਆਂ ਪੀਣੀਆਂ। ਉਹ ਚੀਜ਼ਾਂ ਦਾ ਮਤਲਬ ਕੀ ਹੈ? ਉਸ ਤਰ੍ਹਾਂ ਦਾ ਮਤਲਬ ਕੀ ਹੈ ਵੀ ਇਹਦੇ ਸਿਰ ਦੇ ਉੱਤੇ ਕਦੇ ਵੀ ਉਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ। ਇਹਦੇ ਵਾਲ ਜਿੰਨੇ ਮਰਜ਼ੀ ਲੰਬੇ ਹੋ ਜਾਣਗੇ ਕੋਈ ਟੈਨਸ਼ਨ ਨਹੀਂ, ਤੁਸੀਂ ਇਹਦੇ ਸਿਰ ਦੇ ਜਿਹੜੇ ਵਾਲ ਆ ਉਹ ਕਟਾਉਣੇ ਨਹੀਂਗੇ। ਉਹ ਹਾਰਡ ਇੰਸਟਰਕਸ਼ਨ ਦਿੱਤੀ ਗਈ। ਅੱਜ ਵੀ ਅਸੀਂ ਵਿਸ਼ਵਾਸੀਆਂ ਨੂੰ ਪ੍ਰਭੂ ਦੇ ਵਿੱਚ ਇੱਕ ਹੁਕਮ ਦਿੰਦੇ ਆ ਵੀ ਭਾਈ ਪਾਪ ਤੋਂ ਦੂਰੀ ਬਣਾ ਕੇ ਰੱਖਣੀ ਜਿੰਨਾ ਤੁਸੀਂ ਬਣਾ ਕੇ ਰੱਖ ਸਕਦੇ। ਕਈ ਵਾਰੀ ਕਰੰਟ ਦੇ ਖੰਭਿਆਂ ਦੇ ਉੱਤੇ ਲਿਖਿਆ ਹੁੰਦਾ ਇਹਦੇ ਤੋਂ ਵੱਧ ਦੂਰੀ ਰੱਖੋ। ਇਹ 10, 5,
4 ਫੁੱਟ ਤੋਂ ਖਿੱਚ ਦਿੰਦੇ ਆ, ਜਿੱਦਾਂ ਚੁੰਬਕ ਖਿੱਚਦਾ ਲੋਹੇ ਨੂੰ, ਉਹਦੇ ਵਿੱਚ ਮੈਗਨੇਟਿਕ ਪਾਵਰ ਹੈ। ਔਰ ਖੰਭਿਆਂ ਦੇ ਵਿੱਚ ਬਿਜਲੀ ਦੇ ਇੱਕ ਇਲੈਕਟ੍ਰਿਕ ਪਾਵਰ ਇਦਾਂ ਦੀ ਹੁੰਦੀ ਆ, ਉਹ ਜਿਹੜੀ ਵੀ ਚੀਜ਼ ਉਹਦੇ ਰੇਡੀਅਸ ਦੇ ਵਿੱਚ ਆ ਗਈ ਆ ਉਹਨੇ ਉਹ ਆਪਣੇ ਵੱਲ ਨੂੰ ਖਿੱਚ ਲੈਣੀ। ਉਹ ਇੰਸਟਰਕਸ਼ਨ ਲਿਖੀ ਹੁੰਦੀ ਲਾਲ ਅੱਖਰਾਂ ਦੇ ਨਾਲ। ਔਰ ਵਚਨ ਦੇ ਵਿੱਚ ਵੀ ਅਸੀਂ ਇੰਸਟਰਕਸ਼ਨ ਦਿੰਦੇ ਆ। ਪਿਛਲੇ ਦਿਨੀ ਆਪਾਂ ਬਪਤਿਸਮੇ ਦਿੱਤੇ, ਅਸੀਂ ਉਹਨਾਂ ਨੂੰ ਹਾਰਡ ਇੰਸਟਰਕਸ਼ਨ ਦਿੱਤੀ ਵੀ ਪਾਪ ਤੋਂ ਦੂਰੀ ਬਣਾ ਕੇ ਰੱਖਣੀ। ਜਿੱਦਾਂ ਤੁਸੀਂ ਪਹਿਲਾਂ ਜੀਵਨ ਦੇ ਵਿੱਚ ਬਤੀਤ ਕਰਦੇ ਸੀ ਜੀਵਨ, ਹੁਣ ਉਦਾਂ ਨਹੀਂ ਕਰਨਾ, ਕਿਉਂਕਿ ਸਾਨੂੰ ਹੁਣ ਤੁਸੀਂ ਧਰਮੀ ਬਣ ਗਏ, ਰਾਸਤਬਾਜ਼ ਬਣ ਗਏ। ਸਾਰੀਆਂ ਗੱਲਾਂ ਦਾ ਹੁਣ ਧਿਆਨ ਰੱਖਣ ਦੀ ਜ਼ਰੂਰਤ ਆ। ਕਲਾਮ ਦੇ ਵਿੱਚ ਲਿਖਿਆ ਤੁਸੀਂ ਅਲੱਗ ਕੀਤੇ ਗਏ ਦੁਨੀਆਦਾਰੀ ਦੇ ਕੰਮਾਂ ਵਿੱਚੋਂ, ਔਰ ਇਹਨੂੰ ਵੀ ਅਲੱਗ ਕੀਤਾ ਗਿਆ। ਇਹਦੇ ਮਾਂ ਪਿਓ ਨੂੰ ਦੂਤ ਨੇ ਇੰਸਟਰਕਸ਼ਨ ਦਿੱਤੀ, ਕਿਉਂਕਿ ਇਹ ਤਾਂ ਹਲੇ ਉਦੋਂ ਪੈਦਾ ਹੋਣਾ ਆ। ਸੈਮਸਨ ਹਲੇ ਪੈਦਾ ਨਹੀਂ ਹੋਇਆ, ਸੈਮਸਨ ਨੇ ਪੈਦਾ ਹੋਣਾ। ਉਹਦੇ ਮਾਂ-ਬਾਪ ਨੂੰ ਇੰਸਟਰਕਸ਼ਨ ਦਿੱਤੀ ਗਈ ਵੀ ਉਸ ਤਰ੍ਹਾਂ ਇਹਦੇ ਸਿਰ ਦੇ ਉੱਤੇ ਕਦੇ ਨਾ ਲੱਗੇ। ਉਸ ਤਰ੍ਹਾਂ ਮੀਨਸ ਉਹ ਹੁਕਮ ਦਿੱਤਾ ਗਿਆ, ਹਾਰਡ ਇੰਸਟਰਕਸ਼ਨ ਦਿੱਤੀ ਗਈ ਵੀ ਭਾਈ ਇਹ ਹੁਕਮ ਜਿਹੜਾ ਪ੍ਰਭੂ ਦੇ ਵੱਲੋਂ ਆ, ਤੁਸੀਂ ਇਹਨੂੰ ਫੋਲੋ ਕਰਨਾ, ਇਹਨੂੰ ਪੂਰਾ ਕਰਨਾ। ਅਗਰ ਤੁਸੀਂ ਢਿੱਲ ਰਹਿ ਗਈ ਤੇ ਸ਼ੈਤਾਨ ਨੇ ਫਿਰ ਨਾਲ ਹੀ ਫੱਟੇ ਚੱਕ ਦੇਣੇ। ਕਈ ਵਾਰੀ ਆਪਾਂ ਦੇਖਦੇ ਹਾਂ ਵਚਨਾਂ ਦੇ ਵਿੱਚ, ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ, ਜਿੱਦਾਂ ਹੀ ਵਚਨ ਟੁੱਟਦਾ ਤੇ ਸ਼ੈਤਾਨ ਛੁੱਟਦਾ। ਕਲਾਮ ਦੇ ਵਿੱਚ ਲਿਖਿਆ ਜਿਹੜਾ ਵਚਨ ਨੂੰ ਤੋੜੇਗਾ ਸਰਪ ਉਹਨੂੰ ਡਸੇਗਾ। ਸਰਪ ਦਾ ਮਤਲਬ ਕੀ ਹੈ? ਉਹ ਮੌਤ ਉਹਦੇ ਉੱਤੇ ਆਵੇਗੀ। ਜਿੱਦਾਂ ਹੀ ਬੰਦਾ ਪਾਪ ਕਰਦਾ ਸ਼ੈਤਾਨ ਦੀ ਖੁਰਾਕ ਉਹ ਪੈਦਾ ਕਰ ਲੈਂਦਾ ਆਪਣੇ ਅੰਦਰ। ਜਿੱਦਾਂ ਹੀ ਸ਼ੈਤਾਨ ਦੀ ਖੁਰਾਕ ਉਹਦੇ ਅੰਦਰ ਪੈਦਾ ਹੁੰਦੀ ਹੈ, ਸ਼ੈਤਾਨ ਫਿਰ ਖਿੱਚਿਆ ਹੀ ਆਉਂਦਾ, ਜਿੱਦਾਂ ਲੋਹੇ ਨੂੰ ਚੁੰਬਕ ਖਿੱਚ ਲੈਂਦਾ ਆਪਣੀ ਪਾਵਰ ਦੇ ਨਾਲ। ਮੇਰੇ ਭੈਣੋ ਭਰਾਓ, ਸਾਡੇ ਵੱਲੋਂ ਕੀਤਾ ਗਿਆ ਪਾਪ ਸ਼ੈਤਾਨ ਦੀ ਉਹ ਖੁਰਾਕ ਆ। ਜਿੱਦਾਂ ਹੀ ਅਸੀਂ ਪਾਪ ਕਰਦੇ ਆ, ਸ਼ੈਤਾਨ ਨੂੰ ਸੱਦਣ ਦੀ ਲੋੜ ਨਹੀਂ। ਉਹਨੂੰ ਪਤਾ ਵੀ ਮੇਰਾ ਹੁਣ ਕੰਮ ਹੋ ਗਿਆ, ਮੇਰੀ ਖੁਰਾਕ ਜਿਹੜੀ ਇਹਦੇ ਅੰਦਰ ਰੈਡੀ ਹੋ ਗਈ ਆ, ਹੁਣ ਮੈਂ ਆਪਣੀ ਖੁਰਾਕ ਇਹਦੇ ਵਿੱਚੋਂ ਜਾ ਕੇ ਪ੍ਰਾਪਤ ਕਰਾਂ। ਇੱਥੇ ਉਹਨੂੰ ਖਾਸ ਇੰਸਟਰਕਸ਼ਨ ਦਿੱਤੀ ਗਈ ਉਹਦੇ ਮਾਂ ਨੂੰ ਔਰ ਉਹਦੇ ਪਿਓ ਨੂੰ, ਵੀ ਇਹਦੇ ਸਿਰ ਦੇ ਉੱਤੇ ਕਦੇ ਉਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ, ਔਰ ਨਾ ਤੁਸੀਂ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਮਨਾ ਕੀਤੀਆਂ ਨਹੀਂ ਖਾਣੀਆਂ। ਔਰ ਜਿੱਦਾਂ ਹੀ ਉਹ ਪੁੱਤਰ ਜਵਾਨ ਹੋਇਆ, ਕਿਉਂਕਿ ਪ੍ਰਭੂ ਨੇ ਉਹਨੂੰ ਨਜ਼ੀਰ ਠਹਿਰਾਇਆ ਸੀ ਆਪਣੇ ਲੋਕਾਂ ਦੇ ਲਈ ਨਿਆਂ ਕਰਨ ਦੇ। 13 ਦੇ ਵਿੱਚ ਉਹ ਸਟਾਰਟ ਹੁੰਦਾ, ਆਪਾਂ ਦੇਖਦੇ ਆ 13 ਦੇ ਵਿੱਚ ਭਵਿੱਖਬਾਣੀ ਹੋਈ ਆ। 14 ਦੇ ਵਿੱਚ ਉਹ ਸ਼ੇਰ ਨੂੰ ਪਾੜਦਾ। ਕਿਹਨੂੰ ਪਾੜਦਾ ਜੀ? ਇੱਕ ਬੱਬਰ ਸ਼ੇਰ ਨੂੰ। ਜਦੋਂ ਤੁਸੀਂ ਕਹਾਣੀਆਂ ਨੂੰ ਘਰ ਜਾ ਕੇ ਇਹਨਾਂ ਨੂੰ ਵਚਨਾਂ ਨੂੰ ਪੜੋਗੇ, 4 ਅਧਿਆਏ ਆ ਸਰ, 13, 14 ਤੇ 15 ਤੇ 16। ਇਹ 4 ਅਧਿਆਏ ਦੇ ਵਿੱਚ ਹੀ ਸਮਸੂਨ ਦਾ ਜਿਹੜਾ ਜੀਵਨ ਕਾਲ ਆ ਸਾਰਾ ਸਮਾਪਤ ਹੋ ਗਿਆ। ਕਿੰਨੇ ਅਧਿਆਇਆਂ ਦੇ ਵਿੱਚ ਜੀ? 4 ਦੇ ਵਿੱਚ। ਸਾਰੇ ਬੋਲੇ ਨਹੀਂ, ਕਿੰਨੇ ਅਧਿਆਇਆਂ ਵਿੱਚ? 4 ਦੇ ਵਿੱਚ। ਜਦੋਂ ਵਚਨਾਂ ਨੂੰ ਆਪਾਂ ਪੜ੍ਹਦੇ ਆ, ਆਪਾਂ ਜਦੋਂ ਸਟਾਰਟ ਕਰਦੇ ਆ 13 ਅਧਿਆਏ ਤੋਂ, ਉੱਥੇ ਪੇਸ਼ਰਗੋਈਆਂ ਹੁੰਦੀਆਂ, ਭਵਿੱਖਬਾਣੀਆਂ ਹੁੰਦੀਆਂ। ਸਵਰਗਦੂਤ ਆ ਕੇ ਉਹਨੂੰ ਦਰਸ਼ਨ ਦਿੰਦਾ, ਉਹਦੀ ਮਾਂ ਨੂੰ, ਉਹਨੂੰ ਦੱਸਦਾ ਵੀ ਤੂੰ ਇਹ ਜਿਹੜਾ ਪੁੱਤਰ ਪੈਦਾ ਹੋਣਾ ਆ ਇਹ ਨਜ਼ੀਰ ਠਹਿਰੂਗਾ। ਕੀ ਠਹਿਰੂਗਾ? ਨਜ਼ੀਰ। ਇਹ ਲੋਕਾਂ ਦਾ ਨਿਆਂ ਕਰੂਗਾ, ਦੁਸ਼ਮਣਾਂ ਤੋਂ ਆਪਣੇ ਬੰਦਿਆਂ ਦੀ ਰੱਖਿਆ ਕਰੂਗਾ। ਬੜੀਆਂ ਉੱਥੇ ਆਸਾਂ ਲੱਗੀਆਂ ਹੋਈਆਂ, ਬੜਾ ਕੁਝ ਹੋਇਆ ਵੀ ਇਹ ਪ੍ਰਭੂ ਦਾ ਨਜ਼ੀਰ ਹੈ, ਆਪਾਂ ਇਹ ਚੀਜ਼ਾਂ ਨਹੀਂ ਖਾਣੀਆਂ। ਪਰ ਐਂਡ ਦੇ ਉੱਤੇ ਕੀ ਹੋਇਆ? 4 ਅਧਿਆਇਆਂ ਦੇ ਵਿੱਚ ਹੀ ਉਹ ਸਾਰਾ ਗੇਮ ਓਵਰ ਹੋ ਗਈ। ਭਵਿੱਖਬਾਣੀਆਂ ਕਦੋਂ ਕੀਤੀਆਂ? ਸਵਰਗਦੂਤ ਨੇ 2 ਵਾਰੀ ਦਰਸ਼ਨ ਦਿੱਤਾ। ਇੱਕ ਵਾਰੀ ਮਾਨੋਆ ਦੀ ਪਤਨੀ ਨੂੰ ਦਿੱਤਾ, ਮਾਨੋਆ ਦੀ ਪਤਨੀ ਨੇ ਘਰ ਆ ਕੇ ਉਹਨੂੰ ਦੱਸਿਆ, ਉਹਦੇ ਨਾਲ ਹੀ ਉਹਨੇ ਪਤੀ ਨੇ ਦੱਸਿਆ, ਕਹਿੰਦਾ ਉਹਦੀ ਮੈਂ ਵੀ ਦੇਖਣਾ ਚਾਹੁੰਦਾ ਉਹਨੂੰ ਕਿੱਦਾਂ ਦਾ ਹੈ। ਕਹਿੰਦੀ ਉਹਦੀ ਜਿਹੜੀ ਡੀਲ ਡੋਲ ਆ, ਉਹਦਾ ਦੇਖਣ ਦਾ ਤਰੀਕਾ ਸੀ ਉਹ ਸਵਰਗਦੂਤਾਂ ਵਰਗਾ ਸੀ। ਜਿੱਦਾਂ ਹੀ ਸਵਰਗਦੂਤ ਨੇ ਆ ਕੇ ਦੁਬਾਰਾ ਦਰਸ਼ਨ ਦਿੱਤਾ ਹੈ, ਮਾਨੋਆ ਨੇ ਵੀ ਦਰਸ਼ਨ ਕੀਤੇ, ਉਹਦੀ ਪਤਨੀ ਨੇ ਵੀ ਕੀਤੇ, ਉਹੀ ਭਵਿੱਖਬਾਣੀ ਉਹਨਾਂ ਨੇ ਉੱਥੇ ਕੀਤੀ ਹੈ। ਤੇ ਚੈਪਟਰ ਕਿੰਨਿਆਂ ਦੇ ਵਿੱਚ ਕਲੋਜ਼ ਹੋ ਗਿਆ ਜੀ? 4 ਦੇ ਵਿੱਚ। ਕਿੰਨਿਆਂ ਦੇ ਵਿੱਚ ਹੋ ਗਿਆ? 4 ਦੇ ਵਿੱਚ। ਤਾਂ ਭਵਿੱਖਬਾਣੀਆਂ ਕਿੰਨੀਆਂ ਲੰਬੀਆਂ ਜ਼ਬਰਦਸਤ ਹੋਈਆਂ, ਜਾਂਬਾਜ਼ ਹੋਣ ਦੇ ਲਈ, ਨਿਆਈ ਹੋਣ ਦੇ ਲਈ, ਪ੍ਰਭੂ ਦਾ ਖਾਦਮ ਹੋਣ ਦੇ ਲਈ। ਅੱਜ ਵੀ ਜਦੋਂ ਵਿਸ਼ਵਾਸੀ ਨੂੰ ਆਪਾਂ ਬਪਤਿਸਮਾ ਦਿੰਦੇ ਉਹ ਬੜੀ ਵਧੀਆ ਰੀਤੀ ਨਾਲ ਚੱਲਦਾ ਹੈ। ਹੌਲੀ 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 ਉਹ ਰਾਸਤਬਾਜ਼ੀ ਤੇ ਰਸਤਿਆਂ ਦੇ ਉੱਤੋਂ ਸਲਿੱਪ ਹੋ ਜਾਂਦਾ। ਪਹਿਲਾਂ ਉਹ ਵਧੀਆ ਤਰੀਕੇ ਨਾਲ ਟਰੈਕ ਤੇ ਚੱਲਦਾ, ਮੁੜ ਕੇ ਸ਼ੈਤਾਨ ਉਹਨੂੰ ਟਰੈਪ ਲਾਪਾਂ ਲਾਉਣ। ਜਿੱਦੇ ਵਿਸ਼ਵਾਸੀ ਟਰੈਕ ਤੋਂ ਥੱਲੇ ਜਾਂਦਾ, ਨਾਲ ਹੀ ਕਾਹਦੇ ਵਿੱਚ ਆ ਜਾਂਦਾ? ਸ਼ੈਤਾਨ ਦੇ ਟਰੈਪ ਦੇ ਵਿੱਚ। ਆਪਾਂ ਗੀਤ ਗਾਉਂਦੇ ਉਹਨੇ ਰਾਹ ਦੇ ਵਿੱਚ ਵਿਛੇ ਹੋਏ ਜਾਲ ਨੇ ਸ਼ੈਤਾਨ ਦੇ। ਕਿੱਥੇ ਵਿਛੇ ਆ ਜੀ ਜਾਲ? ਰਸਤਿਆਂ ਦੇ ਵਿੱਚ ਆ। ਉਹਦੇ ਟਰੈਪ, ਉਹਦੇ ਮਾਈਂਸ ਵਿਛੇ ਹੋਏ, ਉਹ ਬੁਸ਼ ਲਾ ਕੇ ਬੈਠਾ, ਉਹ ਤਾਂ ਦੇਖਦਾ ਰਹਿੰਦਾ ਹੈ ਕਦੋਂ ਕਿਹਨੂੰ ਮੈਂ ਪਾੜ ਕੇ ਖਾ ਲਵਾਂ। ਜਿੱਦੇ ਵਿਸ਼ਵਾਸੀ ਢਿੱਲਾ ਹੁੰਦਾ, ਨਾਲ ਹੀ ਸ਼ੈਤਾਨ ਕੰਮ ਕਰ ਦਿੰਦਾ। ਸਾਨੂੰ ਢਿੱਲੇ ਰਹਿਣ ਦੀ ਜ਼ਰੂਰਤ ਨਹੀਂ, ਸਾਨੂੰ ਸਰਗਰਮ ਰਹਿਣ ਦੀ ਜ਼ਰੂਰਤ ਹੈ। ਜਿਹੜਾ ਕੂੜਾ ਭੱਠੀ ਦੇ ਵਿੱਚ ਹੁੰਦਾ ਉਹ ਹਮੇਸ਼ਾ ਲਾਲ ਤੇ ਗਰਮ ਰਹਿੰਦਾ। ਉਹਨੂੰ ਕੋਈ ਬੰਦਾ ਵੀ ਆਪਣੇ ਹੱਥਾਂ ਦੇ ਨਾਲ ਨਹੀਂ ਚੱਕ ਸਕਦਾ, ਤੇ ਨਾ ਹੀ ਉਹਨੂੰ ਕੋਈ ਫੜਨ ਦੀ ਕੋਸ਼ਿਸ਼ ਕਰਦਾ। ਕਿਉਂ? ਕਿਉਂਕਿ ਉਹ ਬਹੁਤ ਹਾਈ ਟੈਂਪਰੇਚਰ ਦੇ ਉੱਤੇ ਆ। ਔਰ ਜਿੱਦਾਂ ਹੀ ਇੱਕ ਵਿਸ਼ਵਾਸੀ ਜਿਹੜਾ ਖਰਿਆਈ ਦੇ ਨਾਲ ਵਚਨਾਂ ਨੂੰ ਮੰਨਦਾ ਔਰ ਚੱਲਦਾ ਆ, ਸੰਤ ਪੌਲਸ ਕਹਿੰਦੇ ਆ ਤੇਰੇ ਵਿਖੇ, ਤਮੋਥਿਉਸ ਨੂੰ ਸਮਝਾ ਰਿਹਾ, ਕਹਿੰਦੇ ਤਮੋਥਿਉਸ ਤੇਰੇ ਵਿਖੇ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ, ਇਹਨਾਂ ਨੂੰ ਲਾਈਟ ਨਾ ਸਮਝ, ਇਹਨਾਂ ਉੱਤੇ ਸਾਨੂੰ ਚੱਲਣ ਦੀ ਜ਼ਰੂਰਤ ਆ।
ਅੱਜ ਵੀ ਵਿਸ਼ਵਾਸੀਓ ਆਪਣੀ ਲਾਈਫ ਨੂੰ ਦੇਖੋ, ਅਗਰ ਪਰਮੇਸ਼ਵਰ ਨੇ ਜਿਹੜੇ ਤੁਹਾਨੂੰ ਦਰਸ਼ਨ ਦਿਖਾਏ ਉਹ ਦਰਸ਼ਨ ਐਵੇਂ ਨਹੀਂ ਪੂਰੇ ਹੋ ਜਾਣੇ, ਉਹ ਘਰ ਬੈਠ ਕੇ ਪੂਰੇ ਨਹੀਂ ਹੋ ਜਾਣੇ, ਉਹ ਤੁਰੇ ਜਾਂਦੇ ਨਹੀਂ ਪੂਰੇ ਹੋ ਜਾਣੇ ਵੀ ਤੁਸੀਂ ਚਰਚ ਤੋਂ ਦੂਰ ਆ ਤੇ ਤੁਸੀਂ ਕਹੋ ਜੀ ਮੇਰੀ ਲਾਈਫ ਵਿੱਚ ਵੱਡਾ ਮਿਰਾਕਲ ਹੋ ਜਾਵੇ। ਇਦਾਂ ਨਹੀਂ ਹੋਣਾ। ਜਿਹੜਾ ਬੰਦਾ ਕੰਮ ਤੇ ਜਾਊਗਾ ਉਹਨੂੰ ਹੀ ਪੇਮੈਂਟ ਮਿਲਣੀ ਹੈ। ਕਿ ਤੁਸੀਂ ਮਿਸਤਰੀ ਦੇ ਨਾਲ ਜਾ ਕੇ ਦਿਹਾੜੀ ਲਾਉਣ ਚੱਲ ਗਏ ਤੇ ਮਿਸਤਰੀ ਵਿਚਾਰਾ ਇੱਟਾਂ ਚੱਕੀ ਜਾਂਦਾ, ਤੁਸੀਂ ਐ ਕਰਕੇ ਖੜੇ ਹੋ ਗਏ, ਫਿਰ ਮਿਲ ਜੂਗੀ ਸ਼ਾਮਾਂ ਨੂੰ ਦਿਹਾੜੀ? ਬੋਲਦੇ ਨਹੀਂ। ਕਿੱਦਾਂ ਮਿਲਣੀ ਹੈ? ਜੇ ਤੁਸੀਂ ਉਹਦੇ ਨਾਲ ਕੰਮ ਕੀਤਾ। ਤੇ ਸਾਨੂੰ ਖਾਲੀ ਮਸੀਹ ਦੇ ਵਿੱਚ ਆਉਣ ਦੇ ਨਾਲ ਨਹੀਂ ਸਾਡਾ ਮਸਲਾ ਹੱਲ ਹੋ ਜਾਣਾ, ਸਾਨੂੰ ਉਹ ਸਿੱਖਿਆ ਨੂੰ ਵੀ ਫੋਲੋ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਜਿਹੜੇ ਪ੍ਰਭੂ ਦੇ ਵੱਲੋਂ ਸਾਨੂੰ ਹਾਰਡ ਇੰਸਟਰਕਸ਼ਨਾਂ ਦਿੱਤੀਆਂ ਗਈਆਂ, ਉਹ ਵਚਨ ਦਿੱਤੇ, ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ, ਤਾਂ ਕਿ ਉਹ ਖਰਿਆਈ ਦੇ ਨਾਲ ਜਿੱਦਾਂ ਹੀ ਅਸੀਂ ਵਚਨਾਂ ਨੂੰ ਫੜਾਂਗੇ ਸਾਡੀ ਲਾਈਫ ਦੇ ਵਿੱਚ ਬਿਹਤਰੀਨ ਮੌਜੇ ਹੋਣਗੇ। ਹਾਲੇਲੂਇਆ। ਸਮਸੂਨ ਦੀ ਮਾਂ ਨੇ ਸਮਸੂਨ ਨੂੰ ਅਗਰ ਬਿਹਤਰੀਨ ਤਰੀਕੇ ਨਾਲ ਖਰੀ ਸਿੱਖਿਆ ਦਿੱਤੀ ਹੁੰਦੀ, ਵਿਆਭਿਚਾਰ ਦੇ ਪਾਪਾਂ ਦੇ ਬਾਰੇ ਸਮਝਾਇਆ ਹੁੰਦਾ, ਉਹ ਕਦੇ ਦਲੀਲਾ ਦੀ ਗੋਦ ਦੇ ਵਿੱਚ ਨਾ ਜਾਂਦਾ। ਹਾਲੇਲੂਇਆ। ਉਹ ਦਲੀਲਾ ਦੀ ਗੋਦ ਦੇ ਵਿੱਚ ਜਾਣਾ ਕੀ ਆ? ਉਹ ਪਾਪ ਨੂੰ ਦਰਸਾਉਂਦਾ। ਮੇਰੇ ਭੈਣੋ ਭਰਾਓ, ਐਡਾ ਜਾਬਾਜ਼ ਯੋਧਾ ਜਿਹਦੇ ਲਈ ਭਵਿੱਖਬਾਣੀਆਂ ਹੋਈਆਂ, ਜਿਹਨੇ ਵੱਡੇ ਵੱਡੇ ਕੰਮਾਂ ਨੂੰ ਕੀਤਾ, ਦੁਸ਼ਮਣ ਜਿੰਨੇ ਮਰਜ਼ੀ ਆ ਜਾਂਦੇ ਸੀ, ਚਾਹੇ 100 ਵਿੱਚ ਸੀ ਚਾਹੇ ਹਜ਼ਾਰਾਂ ਵਿੱਚ ਸੀ, ਉਹ ਦੁਸ਼ਮਣਾਂ ਨੂੰ ਮਿੱਟੀ ਖਾਕ ਕਰ ਦਿੰਦਾ ਸੀ। ਕਿਉਂ ਕਰ ਦਿੰਦਾ ਸੀ? ਵਚਨ ਦੇ ਵਿੱਚ ਲਿਖਿਆ ਪਵਿੱਤਰ ਆਤਮਾ ਡਾਢੇ ਜ਼ੋਰ ਦੇ ਨਾਲ ਉਹਦੇ ਉੱਤੇ ਉਤਰਦਾ ਸੀ। ਹਾਲੇਲੂਇਆ। ਜਦੋਂ ਮੈਂ ਇਹਨਾਂ ਵਚਨਾਂ ਨੂੰ ਅਧਿਐਨ ਕਰ ਰਿਹਾ ਸੀ, ਉਹਦੇ ਵਿੱਚ ਜ਼ਿਕਰ ਆਇਆ ਪਵਿੱਤਰ ਆਤਮਾ ਜਿਹੜਾ ਸਮਸੂਨ ਦੇ ਉੱਤੇ ਡਾਢੇ ਜ਼ੋਰ ਦੇ ਨਾਲ ਉਤਰਿਆ। ਕਿੱਦਾਂ ਉਤਰਿਆ ਜੀ? ਡਾਢੇ ਜ਼ੋਰ ਦੇ ਨਾਲ ਆਉਂਦਾ ਸੀ। ਉਸ ਵੇਲੇ ਪਵਿੱਤਰ ਆਤਮਾ ਜਿਹੜਾ, ਮੇਰੇ ਭੈਣੋ ਤੇ ਭਰਾਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਪਵਿੱਤਰ ਆਤਮਾ ਉਸ ਵੇਲੇ ਕੰਟੀਨਿਊ ਰੈਗੂਲਰ ਨਹੀਂ ਦਿੱਤਾ ਗਿਆ ਸੀ ਜਿਸ ਤਰੀਕੇ ਨਾਲ ਅੱਜ ਸਾਡੇ ਕੋਲ ਆ ਪਵਿੱਤਰ ਆਤਮਾ। ਹਾਲੇਲੂਇਆ। ਅੱਜ ਜਿੱਦਾਂ ਹੀ ਇੱਕ ਬੰਦਾ ਵਿਸ਼ਵਾਸੀ ਜਦੋਂ ਵਚਨ ਮੰਨਦਾ ਆ, ਵਿਸ਼ਵਾਸ ਕਰਦਾ ਹੈ ਔਰ ਬਪਤਿਸਮਾ ਲੈਂਦਾ, ਖਰਿਆਈ ਦੇ ਨਾਲ ਚੱਲਦਾ ਔਰ ਪਵਿੱਤਰ ਆਤਮਾ ਨੂੰ ਉਹ ਪਾਉਂਦਾ ਹੈ, ਪਵਿੱਤਰ ਆਤਮਾ ਦੇ ਫਲ ਉਹਦੇ ਅੰਦਰ ਆਉਂਦੇ ਆ। ਗਲਾਤੀਆਂ 5:22 ਦੇ ਅਨੁਸਾਰ ਉਹ ਆਪਣੇ ਜੀਵਨ ਦੇ ਵਿੱਚ ਉਹਨਾਂ ਉੱਤੇ ਕੰਮ ਕਰਦਾ ਹੈ। ਪਰਮੇਸ਼ਰ ਦਾ ਆਤਮਾ ਸਦੀਪ ਕਾਲ ਉਹਦੇ ਨਾਲ ਰਹੇਗਾ। ਸਾਨੂੰ ਲੋੜ ਆ ਪਾਪਾਂ ਤੋਂ ਦੂਰ ਰਹਿਣ ਦੀ। ਉਸ ਵੇਲੇ ਪਵਿੱਤਰ ਆਤਮਾ ਉਹਨਾਂ ਨੂੰ ਮਿਲਦਾ ਸੀ ਇਸ ਤਰੀਕੇ ਨਾਲ, ਜਿੱਦਾਂ ਹੀ ਉਹ ਖੁਦਾ ਨੂੰ ਯਾਦ ਕਰਦਾ ਸੀ, ਲਿਖਿਆ ਉਹਨੇ ਬਾਹਾਂ ਨੂੰ ਅਕੜਾਇਆ, ਪਵਿੱਤਰ ਆਤਮਾ ਡਾਢੇ ਜ਼ੋਰ ਦੇ ਨਾਲ ਸਮਸੂਨ ਦੇ ਉੱਤੇ ਆ ਗਿਆ। ਔਰ ਜਿੱਦਾਂ ਹੀ ਪਵਿੱਤਰ ਆਤਮਾ ਸਮਸੂਨ ਦੇ ਉੱਤੇ ਆਇਆ, ਸਮਸੂਨ ਨੇ ਉੱਥੇ 30 ਬੰਦਿਆਂ ਨੂੰ ਵੀ ਮਾਰਿਆ, ਉੱਥੇ ਬੱਬਰ ਸ਼ੇਰ ਨੂੰ ਵੀ ਮਾਰਿਆ ਨੇ। ਖੋਤੇ ਦੇ ਜਵਾੜੇ ਦੀ ਨਵੀਂ ਹੱਡੀ ਦੇ ਨਾਲ 1000 ਲੋਕਾਂ ਨੂੰ, ਫਿਲਿਸਤੀਆਂ ਨੂੰ ਮਾਰਿਆ ਉਹਨੇ। ਕਿੰਨੇ ਹਜ਼ਾਰ ਬੰਦਿਆਂ ਨੂੰ ਮਾਰਿਆ ਜੀ? 1000 ਬੰਦਿਆਂ ਨੂੰ। ਇੱਕ ਖੋਤੇ ਦੀ ਜਵਾੜੇ ਦੀ ਹੱਡੀ ਦੇ ਨਾਲ 1000 ਬੰਦਿਆਂ ਨੂੰ ਮਾਰਨ ਵਾਲਾ ਸਮਸੂਨ ਇੱਕ ਦਲੀਲਾ ਦੀ ਗੋਦ ਦੇ ਵਿੱਚ ਜਾ ਕੇ ਢਹਿ ਢੇਰੀ ਹੋ। ਉਹ ਦਲੀਲਾ ਦੀ ਗੋਦ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਾਪ ਨੂੰ ਦਰਸਾਉਂਦੀ ਹੈ। ਜਿੱਦਾਂ ਹੀ ਪਾਪ ਬੰਦਾ ਕਰਦਾ ਆ, ਪਰਮੇਸ਼ਰ ਦਾ ਆਤਮਾ ਉਹਦੇ ਤੋਂ ਦੂਰ ਹੋ ਗਿਆ। ਫਿਰ ਬਥੇਰਾ ਉਹਨੇ ਆਪਣੇ ਆਪ ਨੂੰ ਕੜਾਇਆ ਹੋਣਾ, ਬਥੇਰਾ ਪਰਮੇਸ਼ਰ ਦੇ ਅੱਗੇ ਤਾਲੇ ਕੀਤੇ ਹੋਣੇ, ਪਰ ਕੋਈ ਵੀ ਆਤਮਾ ਉਹਦੇ ਉੱਤੇ ਨਹੀਂ ਆਇਆ। ਉਹਨੇ ਆਵਾਜ਼ਾਂ ਵੀ ਮਾਰੀਆਂ ਹੋਣੀਆਂ, ਪਵਿੱਤਰ ਆਤਮਾ ਜੀ ਆਓ ਮੇਰੇ ਤੇ ਕਿਰਪਾ ਕਰੋ, ਪਰ ਕਿਰਪਾ ਹੋਈ ਜੀ ਉੱਤੇ ਨਹੀਂ ਹੋਈ। ਉਹ ਬੰਦਾ ਜਿਹੜਾ ਕੱਲਾ ਹੀ ਦੁਸ਼ਮਣਾਂ ਨੂੰ ਧੂੜ ਚਟਾ ਦਿੰਦਾ ਸੀ, ਉਹੀ ਫਿਰ ਕੱਲਾ ਬੰਦਾ ਜਿਹੜਾ ਦੁਸ਼ਮਣਾਂ ਦੇ ਡਿੱਕੇ ਆ ਗਿਆ। ਅੱਗੇ ਜਾ ਕੇ ਆਪਾਂ ਪੜਨਾ, ਉਹਦੀਆਂ ਅੱਖਾਂ ਵੀ ਕੱਢ ਦਿੱਤੀਆਂ ਗਈਆਂ, ਉਹਨੇ ਬੰਨ ਕੇ ਮਜ਼ਾਕ ਬਣਾਇਆ। ਜਦੋਂ ਅਸੀਂ ਮਸੀਹ ਦੇ ਵਿੱਚ ਖਰੇ ਚੱਲਦੇ ਹਾਂ, ਅਸੀਂ ਲੋਕਾਂ ਦੇ ਲਈ ਵੀ ਆਸ਼ੀਸ਼ ਦਾ ਕਾਰਨ ਠਹਿਰਦੇ ਹਾਂ। ਜਦੋਂ ਅਸੀਂ ਪ੍ਰਾਰਥਨਾਵਾਂ ਕਰਦੇ ਹਾਂ, ਉਹ ਅਜ਼ਰਮਾਨ ਹੁੰਦੀਆਂ। ਜਿੱਦਾਂ ਹੀ ਅਸੀਂ ਮਸੀਹ ਤੋਂ ਪਿੱਛੇ ਜਾਂਦੇ ਹਾਂ, ਸ਼ੈਤਾਨ ਸਾਡੇ ਉੱਤੇ ਹੈਵੀ ਹੁੰਦਾ। ਫਿਰ ਅਸੀਂ ਜਿੰਨੇ ਮਰਜ਼ੀ ਪ੍ਰਾਰਥਨਾ ਕਰੀਏ, ਵੀ ਲੋਕ ਵੀ ਤੁਹਾਡੇ ਫਿਰ ਟਿਚਣਾ ਕਰਨਗੇ ਤੁਹਾਨੂੰ, ਵੀ ਤੁਸੀਂ ਪਹਿਲਾਂ ਵਧੀਆ ਚੱਲਦੇ ਸੀਗੇ, ਅੱਜ ਤੁਹਾਨੂੰ ਕੀ ਹੋ ਗਿਆ। ਫਿਰ ਤੁਹਾਨੂੰ ਲੋਕਾਂ ਦੇ ਉੱਤੇ ਤਾਂ ਜਿੱਦਾਂ ਤੁਸੀਂ ਹੱਥ ਰੱਖ ਕੇ ਦੁਆਵਾਂ ਕਰਦੇ ਸੀਗੇ, ਉਹਨਾਂ ਉੱਤੇ ਦਾ ਅਸਰ ਕੀ ਹੋਣਾ? ਤੁਹਾਨੂੰ ਆਪਣੀ ਦੁਆ ਦਾ ਹੀ ਅਸਰ ਹੋਣਾ। ਹਾਲੇਲੂਇਆ। ਲੂਕਾ 10 ਅਧਿਆਏ ਨੂੰ ਜਦੋਂ ਅਸੀਂ 19 ਨੂੰ ਪੜ੍ਹਦੇ, ਉਹਦੇ ਵਿੱਚ ਲਿਖਿਆ, ਮੈਂ ਤੈਨੂੰ ਵੈਰੀ ਦੀ ਸਾਰੀ ਤਾਕਤ ਤੇ, ਸਾਡਾ ਵੈਰੀ ਕੌਣ ਆ? ਸ਼ੈਤਾਨ। ਇਹਨਾਂ ਵਚਨਾਂ ਨੂੰ ਲਿਖਿਆ ਕਰੋ, ਘਰ ਜਾ ਕੇ ਪੜ੍ਹਿਆ ਕਰੋ। ਕਲਾਮ ਦੇ ਵਿੱਚ ਲਿਖਿਆ, ਸੱਪਾਂ ਤੇ ਠੂਹਾਂ ਤੇ ਤੈਨੂੰ ਅਧਿਕਾਰ ਦਿੱਤਾ। ਵੈਰੀ ਦੀ, ਸ਼ੈਤਾਨ ਦੀ ਸਾਰੀ ਪਾਵਰ ਤੇ ਇੱਕ ਵਿਸ਼ਵਾਸੀ ਨੂੰ ਅਧਿਕਾਰ ਆ। ਮੈਂ ਦੱਸਣਾ ਚਾਹੁੰਦਾ, ਹਾਥੀ ਨੂੰ ਕਿੰਨੇ ਲੋਕ ਜਾਣਦੇ ਆ? ਬੋਲੇ ਨਹੀਂ। ਐਲੀਫੈਂਟ ਕਦੀ ਦੇਖਿਆ ਤੁਸੀਂ ਸਾਰਿਆਂ ਨੇ? ਹਾਥੀ ਦੇ ਕਿੱਡੇ ਕਿੱਡੇ ਵੱਡੇ ਕੰਨ ਹੁੰਦੇ ਆ, ਵੱਡੇ ਕੰਨ ਹੁੰਦੇ ਆ। ਤੇ ਹਾਥੀ ਦਾ ਆਪਣਾ ਸਰੀਰ ਕਿੱਡਾ ਹੁੰਦਾ? ਬਹੁਤ ਵੱਡਾ, ਤਕੜਾ, ਰਿਸ਼ਟ ਪੁਸ਼ਟ, ਉੱਚਾ ਲੰਬਾ। ਮੈਂ ਤੁਹਾਨੂੰ ਇੱਕ ਅੱਜ ਗੱਲ ਸਿਖਾਉਂਗਾ। ਹਾਥੀ ਦੀ ਧਾਰਨ ਮੈਂ ਕਿਉਂ ਲੱਗਾ ਦੇਣ? ਅੱਜ ਦੇ ਵਿਸ਼ਵਾਸੀ ਨਾਲ ਅਸੀਂ ਇਹਦੀ ਤੁਲਨਾ ਕਰਨੀ। ਹਾਥੀ ਦੇ ਵਿੱਚ ਇੰਨੀ ਪਾਵਰ ਆ, ਇੰਨਾ ਜ਼ੋਰ ਆ, ਉਹ ਹਰ ਚੀਜ਼ ਨੂੰ ਪੱਟਣ ਦੀ ਤਾਕਤ ਰੱਖਦਾ, ਹਰ ਚੀਜ਼ ਨੂੰ ਢਾਉਣ ਦੀ ਤਾਕਤ ਰੱਖਦਾ। ਚਾਹੇ ਉਹ ਸ਼ੇਰ ਆ ਜਾਵੇ, ਉਹਨੂੰ ਸ਼ੇਰ ਨੂੰ ਵੀ ਉਹ ਮਸਲ ਕੇ ਰੱਖ ਦਊਗਾ, ਕਿਉਂਕਿ ਉਹਦੇ ਅੰਦਰ ਇੰਨੀ ਪਾਵਰ ਹੈ, ਇੰਨੀ ਜਾਨ ਆ। ਪਰ ਹਾਥੀ ਨੂੰ ਇਹ ਨਹੀਂ ਪਤਾ ਵੀ ਕੰਨਾਂ ਤੋਂ ਪਿੱਛੇ ਵੀ ਮੇਰਾ ਬਹੁਤ ਵੱਡਾ ਸਰੀਰ ਆ। ਜਦੋਂ ਧਿਆਨ ਨਾਲ ਤੁਸੀਂ ਹਾਥੀ ਨੂੰ ਦੇਖੋਗੇ, ਉਹਦੀਆਂ ਹਾਥੀ ਦੀਆਂ ਅੱਖਾਂ ਜਿਹੜੀਆਂ ਇੱਥੇ ਲੱਗੀਆਂ, ਉਹਦੇ ਕੰਨ ਜਿਹੜੇ ਬੜੇ ਪਿੱਛੇ ਨੂੰ ਆ।
ਉਹਦੇ ਕੰਨਾਂ ਤੋਂ ਉਹਨੂੰ ਪਿੱਛੇ ਕੁਝ ਨਹੀਂ ਨਜ਼ਰ ਆਉਂਦਾ। ਮੇਰੇ ਭੈਣੋ ਭਰਾਓ, ਇੱਕ ਰਾਸਤਬਾਜ਼, ਇੱਕ ਵਿਸ਼ਵਾਸੀ ਨੂੰ ਆਪਣੀ ਪਰਖ ਹੋਣੀ ਚਾਹੀਦੀ, ਆਪਣੀ ਪਹਿਚਾਨ ਹੋਣੀ ਚਾਹੀਦੀ ਆ ਵੀ ਪ੍ਰਭੂ ਨੇ ਮੈਨੂੰ ਕਿਹੜਾ ਨਿਊ। ਇੱਕ ਉਹ ਸਮਸੂਰ ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ, ਉਹਨੂੰ ਬਾਹਰੋਂ ਪਵਿੱਤਰ ਆਤਮਾ ਗਾਈਡ ਕਰਦਾ। ਤੇ ਖੁਦਾ ਨੇ ਤਾਂ ਸਾਡਾ ਵਾਅਦਾ ਕੀਤਾ ਆ ਧਰਮੀਆਂ ਦੇ ਨਾਲ। ਪ੍ਰਭੂ ਕਹਿੰਦਾ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਗਿਆ, ਤੇ ਹਿਸਾਬ ਲਾ ਲਓ ਵੀ ਅਸੀਂ ਕਿੱਦਾਂ ਦੇ ਨਿਊਕਲੀਅਰ ਪਾਵਰ ਬਣ ਚੁੱਕੇ ਆ। ਕਿ ਤਾੜੀ ਮਾਰੋ ਪਰਮੇਸ਼ਵਰ ਦੇ, ਜਿਨ੍ਹਾਂ ਨੂੰ ਸਮਝ ਆਈ ਹੈ। ਦੁਨਿਆਵੀ ਤੌਰ ਤੇ ਹਾਥੀ ਨੂੰ ਨਹੀਂ ਪਤਾ ਮੇਰੇ ਪਿੱਛੇ ਕਿੱਡਾ ਸਰੀਰ ਆ, ਮੈਂ ਕੀ ਕਰਨ ਦੀ ਸਾਮਰਥ ਰੱਖਦਾ। ਅੱਜ ਇੱਕ ਵਿਸ਼ਵਾਸੀ ਨੂੰ ਵੀ ਇਹ ਪਤਾ ਹੋਣਾ ਚਾਹੀਦਾ। ਅਸੀਂ ਸ਼ੀਸ਼ਾ ਕਿਉਂ ਦੇਖਦੇ ਆ? ਸ਼ੀਸ਼ਾ ਕਿਉਂ ਦੇਖਦੇ ਆ? ਤਾਂ ਕਿ ਸਾਨੂੰ ਪਤਾ ਲੱਗੇ ਮੇਰੇ ਚਿਹਰੇ ਤੇ ਕੁਝ ਲੱਗਾ ਤਾਂ ਭਾਈ ਬੋਲੇ ਨਹੀਂ, ਮੇਰੇ ਚਿਹਰੇ ਦੇ ਉੱਤੇ ਕੁਝ ਲੱਗਾ ਤਾਂ ਨਹੀਂ। ਔਰ ਬਾਈਬਲ ਮੁਕੱਦਸ ਅੰਜੀਲ ਸਾਨੂੰ ਦੱਸਦੀ ਆ ਇਹ ਸਾਡਾ ਕੀ ਆ? ਸ਼ੀਸ਼ਾ ਆ। ਸਾਰੇ ਬੋਲੋ ਕੀ ਆ? ਇਹ ਸ਼ੀਸ਼ਾ ਆ। ਜਦੋਂ ਇਹਦੇ ਵਿੱਚ ਅਸੀਂ ਆਪਣਾ ਕਰੈਕਟਰ ਫਿੱਟ ਕਰਕੇ ਦੇਖਦੇ ਆ, ਇਹਦਾ ਮੀਟਰ ਲਾ ਕੇ ਦੇਖਦੇ ਆ ਕਿ ਮੈਂ ਸੱਚਾ ਵਿਸ਼ਵਾਸੀ ਹੈਗਾ ਆ, ਮੈਂ ਖਰੀ ਤਰੀਕੇ ਨਾਲ ਚੱਲਦਾ ਆ। ਪਰਮੇਸ਼ਰ ਨੇ ਜਿਹੜੇ ਵਾਅਦੇ ਮੇਰੇ ਨਾਲ ਕੀਤੇ ਆ, ਜਿਹੜੀਆਂ ਪੇਸ਼ਣ ਗੋਈਆਂ ਖੁਦਾ ਦੇ ਵੱਲੋਂ ਮੇਰੇ ਲਈ ਹੋਈਆਂ ਕਿ ਉਹ ਮੇਰੀ ਲਾਈਫ ਦੇ ਵਿੱਚ ਸਕਸੈਸ ਹੋਣਗੀਆਂ, ਮੈਂ ਆਪਣੇ ਆਪ ਨੂੰ ਕਿਹੜੇ ਟਰੈਕ ਤੇ ਦੇਖਦਾ। ਅੱਜ ਲੋੜ ਆ ਸਾਨੂੰ ਦੇਖਣ ਦੀ, ਅੱਜ ਦੇ ਵਿਸ਼ਵਾਸੀਆਂ ਨੂੰ, ਕਿ ਅਸੀਂ ਟਰੈਕ ਦੇ ਉੱਤੇ ਆ ਜਾਂ ਟਰੈਪ ਦੇ ਉੱਤੇ ਆ। ਹਾਲੇਲੂਇਆ, ਹਾਲੇਲੂਇਆ। ਜੇ ਟਰੈਕ ਹੋਊਗਾ ਤਾਂ ਯਿਸੂ ਮਸੀਹ ਦਾ ਹੋਣਾ ਚਾਹੀਦਾ। ਅਗਰ ਜੇ ਵਿਸ਼ਵਾਸੀ ਟਰੈਕ ਦੇ ਉੱਤੇ ਨਹੀਂ, ਕਿਤੇ ਉਹ ਆਪਣੇ ਆਪ ਨੂੰ ਇਹ ਨਾ ਸੋਚਦਾ ਰਹੇ ਵੀ ਮੈਂ ਟਰੈਕ ਤੇ ਆ। ਕਿਤੇ ਇਹ ਨਾ ਹੋਵੇ ਉਹ ਸੰਗਤੀ ਤੋਂ ਦੂਰ ਆ ਤੇ ਉਹ ਟਰੈਪ ਦੇ ਵਿੱਚ ਫਸਿਆ ਹੋਇਆ। ਤੇ ਟਰੈਪ ਕਿਹਦਾ ਲੱਗਾ ਹੋਇਆ? ਸ਼ੈਤਾਨ ਦਾ। ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਉਹ ਗੀਤ ਗਾਉਂਦੇ ਹੁੰਦੇ ਸੀ ਪੰਜਾਬੀ ਦੇ ਵਿੱਚ ਵੀ ਰਾਹ ਦੇ ਵਿੱਚ ਵਿਛੇ ਹੋਏ ਜਾਲ ਨੇ ਸ਼ੈਤਾਨ ਦੇ। ਤਾਂ ਕਿਹੜੇ ਫਸਣੇ ਆ? ਜਿਹੜੇ ਕੱਚੇ ਆ ਈਮਾਨ ਦੇ। ਅੱਜ ਇਸ ਬੰਦੇ ਦੀ ਵੀ ਨੀਂਹ ਕਮਜ਼ੋਰ ਆ। ਭਵਿੱਖਬਾਣੀਆਂ ਕੀਤੀਆਂ ਗਈਆਂ, ਸਵਰਗ ਦੂਤ ਥੱਲੇ ਆਇਆ, ਗੱਲਾਂ ਬਾਤਾਂ ਹੋਈਆਂ ਉਹਦੇ ਮਾਪੇ ਨਾਲ, ਉਹਨੂੰ ਹਾਰਡ ਇੰਸਟਰਕਸ਼ਨ ਦਿੱਤੀਆਂ ਗਈਆਂ ਵੀ ਇਹਦਾ ਜੀਵਨ ਜਿਹੜਾ ਉਹ ਇਦਾਂ ਦਾ ਆ, ਇਹਦੇ ਸਿਰ ਦੇ ਉੱਤੇ ਕਦੇ ਉਸ ਤਰ੍ਹਾਂ ਨਾ ਫਿਰੇ, ਆਹ ਚੀਜ਼ਾਂ ਤੁਸੀਂ ਨਹੀਂ ਖਾਣੀਆਂ। ਅੱਜ ਦੇ ਵਿਸ਼ਵਾਸੀਆਂ ਨੂੰ ਵੀ ਖੁਦਾ ਦੇ ਦਾਸ ਦੱਸਦੇ ਆ। ਅੱਜ ਮਾਨੋਆ ਤੇ ਉਹਦੀ ਪਤਨੀ ਤਾਂ ਨਹੀਂ ਗਏ, ਅੱਜ 10 ਲੋਕ ਕਲੀਸਿਆ ਦੀਆਂ ਮਾਵਾਂ ਦੇ ਅਨੁਸਾਰ ਆ। ਉਹਨਾਂ ਨੂੰ ਖਰੀ ਸਿੱਖਿਆ ਨਾਲ ਜੋੜਦੇ ਆ। ਭਾਈ ਮੁਤਾਬਕ ਵਚਨ ਦੇ ਤੁਸੀਂ ਆਪਣਾ ਜੀਵਨ ਨਾ ਢਾਲਿਆ ਤੇ ਤੁਹਾਡਾ ਇਦਾਂ ਨੁਕਸਾਨ ਹੋਣਾ। ਅਗਰ ਤੁਸੀਂ ਵਚਨਾਂ ਨੂੰ ਚੱਲੋਗੇ ਤਾਂ ਤੁਸੀਂ ਰਾਸਤਬਾਜ਼ ਆ, ਤਾਂ ਤੁਸੀਂ ਧਰਮੀ ਆ। ਸੋ ਸਾਨੂੰ ਅੱਜ ਪਰਖਣ ਦੀ ਲੋੜ ਆ ਆਪਣੇ ਆਪ ਨੂੰ। ਇਸ ਬਾਈਬਲ ਦੇ ਸ਼ੀਸ਼ੇ ਦੇ ਅਨੁਸਾਰ ਇਹਨੂੰ ਦੇਖਿਆ ਕਰੋ, ਆਪਣੇ ਆਪ ਨੂੰ ਇਹਦੇ ਵਿੱਚ ਦੀ ਫਿੱਟ ਕਰਕੇ। ਜਿੱਦਾਂ ਅਸੀਂ ਰੋਜ਼ ਸ਼ੀਸ਼ਾ ਦੇਖਦੇ ਆ ਵੀ ਆਪਣੇ ਆਪ ਨੂੰ ਇਹਦਾ ਬਾਈਬਲ ਦੀ ਕਸੌਟੀ ਲਾ ਕੇ ਦੇਖਿਆ ਕਰੋ। ਕਦੇ ਸੁਨਿਆਰਿਆਂ ਨੂੰ ਦੇਖੋ ਜਿਹੜੇ 골ਡ ਮੈਨ ਆ, ਜਿਹੜੀਆਂ ਚੀਜ਼ਾਂ ਬਣਾਉਂਦੇ ਆ। ਤੁਸੀਂ ਸਵੇਰੇ ਉਹਦੇ ਕੋਲ ਭਾਵੇਂ ਕੋਈ ਚੈਨ ਲਿਆਓ, ਸ਼ਾਮਾਂ ਨੂੰ ਉਹਨੂੰ ਉਹੀ ਚੈਨ ਉਹਦੀ ਦੁਕਾਨ ਤੇ ਵਾਪਸ ਕਰਨ ਚੱਲ ਜਾਓ, ਉਹ ਲੈਂਦਾ ਨਹੀਂ ਛੇਤੀ ਕਿਤੇ, ਉਹ ਲੈਂਦਾ ਨਹੀਂ ਜੀ। ਉਹ ਕਸੌਟੀ ਲਾ ਕੇ ਕਿੰਨੀ ਵਾਰੀ ਦੇਖਦਾ। ਇੱਕ ਛੋਟਾ ਜਿਹਾ ਪੱਥਰ ਹੁੰਦਾ, ਉਹਨੂੰ ਕਸੌਟੀ ਕਹਿੰਦੇ ਆ। ਉਹ ਸੋਨੇ ਦੀ ਪਰਖ ਕਰਦਾ ਕਿ ਇਹ ਖਰਾ ਸੋਨਾ ਆ, ਕਿਤੇ ਐਵੇਂ ਤਾਂ ਨਹੀਂ ਕੋਈ ਝਾਲ ਝੂਲ ਫੇਰ ਕੇ ਲੈ ਆਇਆ। ਔਰ ਪ੍ਰਭੂ ਦਾ ਵਚਨ ਸਾਡੇ ਲਈ ਕਸੌਟੀ ਦਾ ਕੰਮ ਕਰਦਾ ਹੈ। ਇਹਦੇ ਵਿੱਚ ਜਦੋਂ ਤੁਸੀਂ ਆਪਣੇ ਆਪ ਨੂੰ ਫਿੱਟ ਕਰਕੇ ਦੇਖੋਗੇ, ਤੁਹਾਨੂੰ ਪਤਾ ਲੱਗੂਗਾ ਵੀ ਮੇਰਾ ਜੀਵਨ ਮੁਤਾਬਕ ਬਾਈਬਲ ਦੇ ਠੀਕ ਆ, ਜਾਂ ਮੈਂ ਕਿਤੇ ਟਰੈਕ ਦੇ ਵਿੱਚ ਤਾਂ ਨਹੀਂ, ਵੀ ਸ਼ੈਤਾਨ ਦਾ ਜਿਹੜਾ ਟਰੈਪ ਆ ਮੈਂ ਉਹਦੇ ਵਿੱਚ ਫਸਿਆ ਹੋਇਆ। ਸਾਨੂੰ ਲੋੜ ਆ ਅੱਜ ਟਰੈਕ ਦੇ ਉੱਤੇ ਚੜ੍ਹਨ ਦੀ। ਕਾਹਦੇ ਤੇ? ਰੇਲ ਗੱਡੀ ਟਰੈਕ ਦੇ ਉੱਤੇ ਚੱਲਦੀ ਹੈ ਜਾਂ ਟਰੈਕ ਤੋਂ ਬਾਹਰ ਚੱਲਦੀ ਆ? ਬੋਲੇ ਨਹੀਂ। ਕਿੱਦਾਂ ਚੱਲਦੀ ਆ? ਟਰੈਕ ਦੇ ਉੱਪਰ। ਤੇ ਵਿਸ਼ਵਾਸੀ ਕਿੱਦਾਂ ਚੱਲਣਾ ਚਾਹੀਦਾ? ਟਰੈਕ ਦੇ ਥੱਲੇ ਜਾਂ ਟਰੈਕ ਦੇ ਬਾਹਰ? ਬੋਲਦੇ ਨਹੀਂ। ਟਰੈਕ ਦੇ ਉੱਪਰ, ਫੇਰ ਹੀ ਦੌੜੂਗਾ। ਤਾਂ ਇਹ ਸਾਨੂੰ ਪਰਖਣ ਦੀ ਲੋੜ ਹੈ ਕਿਤੇ ਅਸੀਂ ਸ਼ੈਤਾਨ ਦੇ ਟਰੈਪ ਦੇ ਵਿੱਚ ਤਾਂ ਨਹੀਂ ਫਸੇ ਹੋਏ। ਜੇ ਸ਼ੈਤਾਨ ਦੇ ਟਰੈਪ ਦੇ ਵਿੱਚ ਤਾਂ ਕਿਰਪਾ ਕਰਕੇ ਬਾਹਰ ਆ ਜਾਓ। ਨਿਆਂਇਆਂ ਦੀ ਪੁਸਤਕ 13, 14, 15, 16 ਅਧਿਆਇ ਨੂੰ ਜਦੋਂ ਤੁਸੀਂ ਘਰ ਜਾ ਕੇ ਪੜੋਗੇ, ਬੇਸ਼ੱਕ ਉਹ ਦਲੀਲਾ ਦੀ ਗੋਦ ਵਿੱਚ ਚਲਿਆ ਗਿਆ, ਉਹ ਪਾਪ ਵਿੱਚ ਚਲਿਆ ਗਿਆ। ਉਹਨੇ ਵਿਆਭਿਚਾਰ ਦਾ ਪਾਪ ਉਹਦੀ ਲਾਈਫ ਦੇ ਵਿੱਚ ਸੀ। ਜਿੱਦਾਂ ਹੀ ਉਹਨੇ ਵਿਆਭਿਚਾਰ ਕੀਤਾ, ਪਾਪ ਉਹਦੇ ਉੱਤੇ ਪ੍ਰਬਲ ਹੋ ਗਿਆ। ਪਾਪ ਨੇ ਉਹਦੀਆਂ ਅੱਖਾਂ ਕਢਾ ਦਿੱਤੀਆਂ, ਦੁਸ਼ਮਣਾਂ ਦੇ ਮੂਹਰੇ ਜਾ ਕੇ ਉਹਨੂੰ ਸ਼ਰਮਿੰਦਾ ਕਰਾਇਆ। ਪਰਮੇਸ਼ਰ ਦਾ ਆਤਮਾ ਉਹ ਤੋਂ ਅੱਡ ਹੋ ਗਿਆ। ਉਹਦਾ ਦੁਸ਼ਮਣਾਂ ਨੇ ਬੁਰਾ ਹਾਲ ਕਰਤਾ। ਉਹਦੀਆਂ ਸੀਖਾਂ ਦੇ ਨਾਲ ਲਿਖਿਆ ਅੱਖਾਂ ਕੱਢ ਦਿੱਤੀਆਂ। ਜਦੋਂ ਅੱਖਾਂ ਕੱਢਤੀਆਂ, ਉਹ ਅੰਨਾ ਹੋ ਗਿਆ। ਜ਼ੋਰ ਪ੍ਰਭੂ ਦਾ ਉੱਤੋਂ ਜਾਂਦਾ ਰਿਹਾ। ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਦਾ ਜਿਹੜਾ ਜ਼ੋਰ ਹੈ ਤੁਹਾਡੇ ਉੱਤੇ, ਤੁਹਾਡੀ ਕਿਰਪਾ ਜਿਹੜੀ ਪਰਮੇਸ਼ਰ ਦਾ ਅਨੁਗ੍ਰਹ ਬਣਿਆ ਸਾਡੇ ਤੋਂ ਅਲੱਗ ਹੋ ਜਾਵੇ? ਨਹੀਂ। ਜਿੱਥੇ ਪ੍ਰਭੂ ਦਾ ਆਤਮਾ ਇਸ ਬੰਦੇ ਦੇ ਤੋਂ ਅਲੱਗ ਹੋ ਗਿਆ, ਉਹਦਾ ਹਾਲ ਦੇਖੋ ਕੀ ਹੋ ਗਿਆ। ਉਸ ਵੇਲੇ ਸਮਸੂਨ ਫਲਿਸਤੀਆਂ ਦੇ ਡਿੱਕੇ ਚੜ ਗਿਆ। ਤੇ ਅੱਜ ਦਾ ਸਮਸੂਨ ਜਿਹੜਾ, ਇਟ ਮੀਨਸ ਅੱਜ ਦਾ ਵਿਸ਼ਵਾਸੀ ਆ, ਇਹ ਦਲੀਲਾ
ਜਿਹੜੀ ਪਾਪ ਨੂੰ ਦਰਸਾਉਂਦੀ ਆ। ਇਹ ਪਾਪ ਕਰਨ ਤੋਂ ਬਾਅਦ ਉਹ ਫਲਿਸਤੀ ਜਿਨ੍ਹਾਂ ਨੂੰ ਆਪਾਂ ਅੱਜ ਦੇ ਸ਼ੈਤਾਨ ਦੇ ਰੂਪ ਦੇ ਵਿੱਚ ਦੇਖਦੇ ਆ, ਫਿਰ ਜਦੋਂ ਡਿੱਕੇ ਚੜ ਜਾਂਦਾ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਕਿ ਨਹੀਂ ਹੋ ਜਾਂਦਾ? ਫਿਰ ਜਿੰਨਾ ਮਰਜ਼ੀ ਜ਼ੋਰ ਲਾਈ ਜਾਏ ਅਸੀਂ ਨਿਸ਼ਫਲ ਠਹਿਰਦੇ, ਨਾ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ, ਨਾ ਕੋਈ ਉੱਤਰ ਆਉਣਾ, ਕਿਉਂਕਿ ਅਸੀਂ ਪਾਪ ਕਰ ਲਿਆ ਔਰ ਪਾਪ ਦੇ ਵਿੱਚ ਬੈਠੇ। ਉਹਨੇ ਵੀ ਬਥੇਰਾ ਦਲੀਲਾ ਦੀ ਗੋਦ ਵਿੱਚ ਉੱਠ ਕੇ ਆਪਣੇ ਆਪ ਨੂੰ ਤਿਆਰ ਕੀਤਾ ਤੇ ਪ੍ਰਭੂ ਦਾ ਆਤਮਾ ਹੁਣ ਵੀ ਮੇਰੇ ਤੇ ਆ ਜਾਵੇ, ਹੁਣ ਵੀ ਆ ਜਾਵੇ। ਆਇਆ ਜੀ ਆਤਮਾ ਮੁੜ ਕੇ ਪ੍ਰਭੂ ਦਾ ਉਹਦੇ ਤੇ ਨਹੀਂ ਆਇਆ, ਜਿੰਨਾ ਚਿਰ ਉਹਨੇ ਦਿਲ ਤੋਂ ਤੌਬਾ ਨਹੀਂ ਕੀਤੀ। ਜਿੱਦਾਂ ਹੀ ਦਿਲ ਤੋਂ ਤੌਬਾ ਕੀਤੀ, ਪ੍ਰਭੂ ਦਾ ਆਤਮਾ ਮੁੜ ਉਹਦੇ ਤੇ ਆਇਆ। ਹਾਲੇਲੂਇਆ। 13 ਅਧਿਆਏ ਦੇ ਵਿੱਚ ਅਸੀਂ ਸਮਸੂਨ ਦੇ ਬਾਰੇ ਜ਼ਿਕਰ ਆਉਂਦਾ ਵੀ ਭਵਿੱਖਬਾਣੀਆਂ ਹੋਈਆਂ। 14 ਅਧਿਆਏ ਦੇ ਵਿੱਚ ਉਹਨੇ ਸ਼ੇਰ ਦਾ ਮੁਕਾਬਲਾ ਕੀਤਾ, ਇੱਕ ਬਹੁਤ ਵੱਡੇ ਬੱਬਰ ਸ਼ੇਰ ਦਾ ਉਹਨੇ ਮੁਕਾਬਲਾ ਕੀਤਾ। ਬੱਬਰ ਸ਼ੇਰ ਨੂੰ ਕੀ ਕੀਤਾ ਜੀ? ਉਹਨੇ ਆਪਣੇ ਹੱਥਾਂ ਦੇ ਨਾਲ ਪਾੜ ਸਿੱਟਿਆ। ਧਿਆਨ ਦਿਓ ਇੱਧਰ, ਕੀ ਕੀਤਾ ਜੀ? ਸ਼ੇਰ ਦਾ ਉਹਨੇ ਸ਼ਿਕਾਰ ਕੀਤਾ ਆ। 15 ਅਧਿਆਏ ਦੇ ਵਿੱਚ ਉਹਨੂੰ ਖੋਤੇ ਦੀ ਹੱਡੀ ਲੱਭ ਪਈ। ਦੁਸ਼ਮਣ ਜਦੋਂ ਆਏ ਲਹੀ ਦੇ ਵਿੱਚ ਉਹਨੂੰ ਫੜਨ ਦੇ ਲਈ ਅਲੱਗ-ਅਲੱਗ ਤਰੀਕੇ ਨਾਲ ਉਹਦੇ ਤੇ ਜਾਲ ਪਾਉਂਦੇ ਆ, ਟਰੈਪ ਲਾਉਂਦੇ ਆ ਵੀ ਇਹ ਰੱਬ ਦਾ ਪਿਆਰਾ ਆ, ਪ੍ਰਭੂ ਦਾ ਆਤਮਾ ਇਹਦੇ ਨਾਲ ਆ, ਇਹ ਬੰਦਿਆਂ ਨੂੰ ਸਾਡਿਆਂ ਨੂੰ ਮਾਰਦਾ, ਫੌਜਾਂ ਦਾ ਨੁਕਸਾਨ ਕਰਦਾ, ਆਓ ਇਹਨੂੰ ਫੜੀਏ ਤੇ ਬੰਨੀਏ। ਜਿੱਦਾਂ ਹੀ ਉਹਦੇ ਤੇ ਹਮਲਾ ਕੀਤਾ, ਉਹਨੂੰ ਦੱਸਿਆ ਫਰਿਸ਼ਤੀਆਂ ਨੇ ਵੀ ਭਾਈ ਤੈਨੂੰ ਅਸੀਂ ਠੀਕ ਕਰਨ ਲਈ ਆਏ ਆ। ਕਲਾਮ ਦੇ ਵਿੱਚ ਲਿਖਿਆ ਨਵੇਂ ਜਵਾੜੇ ਦੀ ਖੋਤੇ ਦੀ ਹੱਡੀ। ਖੋਤੇ ਦੇ ਜਵਾੜੇ ਦੀ ਹੱਡੀ ਕਿੱਡੀ ਕੁ ਹੁੰਦੀ ਆ? ਐਡੀ ਕੁ ਹੋਣੀ ਆ। ਅਸੀਂ ਖੋਤਾ ਦੇਖਿਆ ਹੀ ਆਪਾਂ ਨੇ ਸਾਰਿਆਂ ਨੇ। ਉਹਦੇ ਜਵਾੜੇ ਦੀ ਇੱਕ ਹੱਡੀ ਉਹਨੂੰ ਲੱਭ ਪਈ ਆ, ਨਵੀਂ ਹੱਡੀ ਲਿਖਿਆ। ਔਰ ਨਵੀਂ ਹੱਡੀ ਦੇ ਲਿਖਿਆ ਉਹਨੇ 1000 ਬੰਦਿਆਂ ਨੂੰ ਮਾਰਿਆ। ਹਾਲੇਲੂਇਆ। ਕਿੰਨਿਆਂ ਨੂੰ ਮਾਰਿਆ? 1000 ਦੁਸ਼ਮਣਾਂ ਦਾ ਮੁਕਾਬਲਾ ਕੀਤਾ ਉਹਨੇ ਇੱਕ ਨਵੀਂ ਖੋਤੇ ਦੇ ਜਵਾੜੇ ਦੀ ਹੱਡੀ ਦੇ ਨਾਲ। ਇਹ ਸਾਰਾ ਕੁਝ ਕਦੋਂ ਸੰਭਵ ਹੋਇਆ? ਜਦੋਂ ਪਰਮੇਸ਼ਵਰ ਦੀਆਂ ਉਹ ਗੱਲਾਂ ਨੂੰ ਮੰਨਦਾ ਸੀ, ਸੰਗਤੀ ਵਿੱਚ ਚੱਲਦਾ ਸੀ, ਪਰਮੇਸ਼ਵਰ ਦੇ ਡਰ ਦੇ ਵਿੱਚ ਚੱਲਦਾ ਸੀ। ਸਾਨੂੰ ਸਾਰਿਆਂ ਹਿੱਸਿਆਂ ਦੇ ਉੱਤੇ ਅੱਜ ਗੌਰ ਕਰਨ ਦੀ ਜ਼ਰੂਰਤ ਹੈ ਵਚਨ ਦੇ ਵਿੱਚ, ਕਿ ਸਾਡਾ ਜੀਵਨ ਸਮਸੂਨ ਦੇ ਵਾਂਗੂ ਤਾਂ ਨਹੀਂ ਕਿ ਅਸੀਂ ਕਦੀ ਪਾਪ ਦੇ ਨਾਲ ਕੰਪਰੋਮਾਈਜ਼ ਕਰ ਲੈਂਦੇ ਹੋਈਏ। ਇਹ ਵੀ ਦਲੀਲਾ ਦੀ ਗੋਦ ਵਿੱਚ ਚਲਾ ਗਿਆ। ਅਗਰ ਇਹਨੂੰ ਪਤਾ ਹੁੰਦਾ ਵੀ ਵਿਆਭਿਚਾਰ ਦਾ ਪਾਪ ਜਿਹੜਾ ਅਗਰ ਇਹ ਮੈਂ ਕਰ ਲਵਾਂਗਾ ਤਾਂ ਮੈਂ ਕਿੱਥੇ ਚੱਲ ਜਾਣਾ, ਇਹਦੇ ਮਾਂ-ਬਾਪ ਨੇ ਇਹਨੂੰ ਵਿਆਭਿਚਾਰ ਦੇ ਪਾਪ ਤੋਂ ਇਹਨੂੰ ਦੱਸਿਆ ਹੁੰਦਾ ਵੀ ਭਾਈ ਅਗਰ ਤੇਰੀ ਜਨਾਨੀ ਤੇਰੇ ਕੋਲ ਨਹੀਂ ਰਹੀ ਤਾਂ ਤੂੰ ਪ੍ਰਭੂ ਦਾ ਤਾਲਿਬ ਬਣ। ਉੱਥੇ ਕੰਜਰੀ ਲਫ਼ਜ਼ ਆਇਆ, ਦਲੀਲਾ ਕੰਜਰੀ। ਜਦੋਂ ਅਸੀਂ ਉਸ ਅਧਿਆਏ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਦਲੀਲਾ ਕੰਜਰੀ ਦੀ ਗੋਦ ਵਿੱਚ ਸਮਸੂਨ ਚਲਾ। ਉਸ ਬੁਰੀ ਔਰਤ ਕੋਲ, ਉਸ ਬੁਰੇ ਪਾਪ ਨੂੰ ਜਿਹੜੀ ਦਰਸਾਉਂਦੀ ਆ, ਉਹਦੇ ਕੋਲ ਜਦੋਂ ਇੱਕ ਵਿਸ਼ਵਾਸੀ ਚੱਲ ਜਾਂਦਾ ਸ਼ੈਤਾਨ ਦੇ ਕੋਲ, ਤਾਂ ਸ਼ੈਤਾਨ ਫਿਰ ਉਹਦਾ ਹਾਲ ਦੇਖ ਲਓ ਕੀ ਕਰਦਾ। ਵਚਨ ਦੇ ਵਿੱਚ ਅਸੀਂ ਪੜ੍ਹਦੇ ਜਗਤ ਦਾ ਸਰਦਾਰ ਆਉਂਦਾ ਹੈ ਨਾਸ਼ ਕਰਨ ਲਈ, ਵੱਢਣ ਦੇ ਲਈ, ਤਾਂ ਫਿਰ ਉਹਨੇ ਮਲਮ ਨਹੀਂ ਲਾਉਣੀ, ਉਹਨੇ ਤਾਂ ਨੁਕਸਾਨ ਕਰਨਾ ਹੈ। ਹਾਲੇਲੂਇਆ। ਸੋ ਸਮਸੂਨ ਦਾ ਦਲੀਲਾ ਦੇ ਦੁਆਰਾ ਨੁਕਸਾਨ ਹੋਇਆ। ਦਲੀਲਾ ਕਿਹਨੂੰ ਦਰਸਾਉਂਦਾ? ਪਾਪ ਨੂੰ ਦਰਸਾਉਂਦਾ। ਹਾਲੇਲੂਇਆ। ਜਦੋਂ ਅਸੀਂ ਕਹਾਵਤਾਂ ਦੀ ਪੁਸਤਕ 4 ਅਧਿਆਏ 4 ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਆਪਣੇ ਬੱਚੇ ਨੂੰ ਤਾੜਨਾ ਕਰ। ਜੇ ਅਸੀਂ ਆਪਣੇ ਛੋਟੇ ਬੱਚਿਆਂ ਦੀ ਤਾੜਨਾ ਕਰਦੇ ਹਾਂ, ਉਹਨਾਂ ਨੂੰ ਖਰੀ ਸਿੱਖਿਆ ਨਾਲ ਜੋੜਦੇ ਹਾਂ, ਆਪਾਂ ਉਹਨਾਂ ਦੇ ਦੁਸ਼ਮਣ ਨਹੀਂਗੇ। ਅਗਰ ਇਹਦੇ ਮਾਂ-ਬਾਪ ਨੇ ਇਹਨੂੰ ਖਰੀ ਸਿੱਖਿਆ ਦਿੱਤੀ ਹੁੰਦੀ ਵੀ ਭਾਈ ਆਹ ਪਾਪ ਆ, ਉਸ ਤਰ੍ਹਾਂ ਲਵਾਉਣਾ ਸਿਰ ਤੇ ਕਦੇ ਨਹੀਂ, ਆਹ ਚੀਜ਼ਾਂ ਖਾਣੀਆਂ ਨਹੀਂ, ਆਹ ਚੀਜ਼ਾਂ ਨਹੀਂ ਕਰਨੀਆਂ। ਅਸੀਂ ਵੀ ਇੱਕ ਵਿਸ਼ਵਾਸੀ ਨੂੰ ਦੱਸਦੇ ਹਾਂ ਵੀ ਭਾਈ ਅਗਰ ਤੂੰ ਪਾਪ ਕਰ ਲਿਆ ਤੇ ਤੌਬਾ ਕਰੀ, ਤੂੰ ਨਿਰੰਤਰ ਪਾਪ ਕਰਨ ਦੇ ਵਿੱਚ ਹੀ ਲੱਗਾ ਰਿਹਾ, ਫਿਰ ਤੇਰਾ ਨੁਕਸਾਨ ਹੋਣਾ। ਹਾਲੇਲੂਇਆ। ਹਾਲੇਲੂਇਆ। ਇਹਦੀ ਨੀਂਹ ਜਿਹੜੀ ਮਜ਼ਬੂਤ ਨਹੀਂ ਸੀ, ਇਸ ਲਈ ਤਾਂ 4 ਅਧਿਆਇਆਂ ਦੇ ਵਿੱਚ ਸਿਮਟ ਗਏ। ਇਹਨੂੰ ਲੰਬਾ ਚੱਲਣਾ ਚਾਹੀਦਾ ਸੀ। ਜਿੰਨੀਆਂ ਇੱਥੇ ਪੇਸ਼ਣ ਗੋਈਆਂ ਸਵਰਗ ਦੂਤਾਂ ਨੇ ਕੀਤੀਆਂ, ਇਹਨੂੰ ਬਹੁਤ ਲੰਬਾ ਚੱਲਣਾ ਚਾਹੀਦਾ ਸੀ। ਘੱਟੋ ਘੱਟ ਇਹਨੂੰ ਇੰਨਾ ਲੰਬਾ ਚੱਲਣਾ ਚਾਹੀਦਾ ਸੀ, ਇਹਨੂੰ ਬਹੁਤ ਲੰਬਾ ਸਮਾਂ। ਇਹ ਤਾਂ 20 ਸਾਲ ਮਸੀਂ ਚੱਲਿਆ, 20 ਸਾਲ ਇਹਨੇ ਨਿਆਉ ਕੀਤਾ, 20 ਸਾਲਾਂ ਦੇ ਵਿੱਚ ਹੀ ਇਹ 4 ਅਧਿਆਇਆਂ ਵਿੱਚ ਸਿਮਟ ਗਿਆ। ਮੈਂ ਦਾਊਦ ਨੂੰ ਜਦੋਂ ਪੜ੍ਹਦਾ ਹਾਂ, 150 ਜ਼ਬੂਰ ਲਿਖੇ ਸੀ। ਕਿੰਨੇ ਲਿਖੇ ਆ ਜੀ? 150 ਜ਼ਬੂਰ ਲਿਖੇ। ਔਰ ਕਿੰਨਾ ਲੰਬਾ ਪ੍ਰਭੂ ਦੇ ਨਾਲ ਚੱਲਿਆ। 66 ਲੜਾਈਆਂ, 66 ਲੜਾਈਆਂ ਲੜਿਆ ਤੇ 66 ਹੀ ਜਿੱਤਿਆ। ਇਤਿਹਾਸ ਦੇ ਵਿੱਚ ਅਸੀਂ ਕਦੀ ਰਾਜਿਆਂ ਨੂੰ ਦੇਖਦੇ ਹਾਂ, ਉਹ ਲੜਾਈਆਂ ਹਾਰ ਵੀ ਜਾਂਦੇ ਨੇ, ਲੜਾਈਆਂ ਜਿੱਤਦੇ ਵੀ ਸੀ, ਪਰ ਇਹ ਖੁਦਾ ਦਾ ਡਰ ਰੱਖਣ ਵਾਲਾ ਬੰਦਾ ਸੀ ਜਿਹਨੇ 66 ਲੜਾਈਆਂ ਲੜੀਆਂ ਤੇ 66 ਹੀ ਜਿੱਤੀਆਂ। ਤਾੜੀ ਮਾਰੋ ਪਰਮੇਸ਼ਵਰ ਦੇ। ਉਹਨੇ ਪਾਪ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਥਾਂ ਨਹੀਂ ਦਿੱਤੀ। ਉਹ ਦਲੀਲਾ ਵਰਗੇ ਪਾਪ ਅੱਜ ਵੀ ਵਿਸ਼ਵਾਸੀਆਂ ਦੀ ਲਾਈਫ ਦੇ ਵਿੱਚ ਰਹਿੰਦੇ। ਅਸੀਂ ਸਮਝੌਤਾ ਕਰਦੇ ਹਾਂ। ਮੈਂ ਦੱਸਣਾ ਚਾਹੁੰਦਾ, ਮੈਂ ਐਲਡਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਇੱਕ ਦਿਨ, ਮੈਂ ਕਿਹਾ ਅਸੀਂ ਪਾਪ ਤੇ ਪ੍ਰਭੂ
ਅਸੀਂ ਦੋ ਟਰੈਕਾਂ ਦੇ ਉੱਤੇ ਇਕੱਠੇ ਨਹੀਂ ਚੱਲ ਸਕਦੇ, ਇਹ ਕਦੇ ਨਹੀਂ ਚੱਲ ਸਕਦਾ। ਕਦੇ ਦੁੱਧ ਤੇ ਨਿੰਬੂ ਦਾ ਮੇਲ ਹੋ ਸਕਦਾ ਵੀ ਤੁਸੀਂ ਦੁੱਧ ਨੂੰ ਵੀ ਨਿੰਬੂ ਦੇ ਵਿੱਚ ਪਾ ਦਿਓ ਔਰ ਦੁੱਧ ਖਰਾਬ ਵੀ ਨਾ ਹੋਵੇ, ਇਹ ਪੋਸੀਬਲ ਨਹੀਂ, ਨਾ ਹੀ ਹੋਣਾ ਹੈ। ਹਾਲੇਲੂਇਆ। ਇੱਕ ਸੱਚਾ ਰਾਸਤਵਾਜ ਅਗਰ ਖਰਿਆਈ ਦੇ ਨਾਲ ਵਚਨਾਂ ਨੂੰ ਚੱਲੂਗਾ, ਮੰਨੂਗਾ, ਤਾਂ ਹੀ ਉਹ ਰਾਸਤਵਾਜ ਆ, ਨਹੀਂ ਤਾਂ ਫਿਰ ਉਹਦੀ ਹਾਲਤ ਜਿੱਦਾਂ ਆਪਾਂ ਸਮਸੂਨ ਦੀ ਪੜੀ ਆ, ਅੱਖਾਂ ਵੀ ਨਿਕਲ ਗਈਆਂ, ਦੁਸ਼ਮਣਾਂ ਨੇ ਉਹਦਾ ਮਜ਼ਾਕ ਵੀ ਕੀਤਾ, ਠੱਠੇ ਵੀ ਕੀਤੇ, ਉਹਨੂੰ ਕਹਿੰਦੇ ਸਾਡੇ ਲਈ ਕੀ ਕਰ, ਤਮਾਸ਼ਾ ਕਰ। ਕੀ ਕਰ? ਅੱਜ ਜਦੋਂ ਬੰਦਾ ਪਾਪ ਕਰ ਲੈਂਦਾ ਫਿਰ ਸ਼ੈਤਾਨ ਉਹਦੀ ਸਰਕਸ ਕਰਾਉਂਦਾ ਕਿ ਨਹੀਂ ਕਰਾਉਂਦਾ? ਸ਼ੈਤਾਨ ਉਹਦੇ ਕੋਲ ਪਾਪ ਜਦੋਂ ਇੱਕ ਵਾਰੀ ਕਰਾ ਲੈਂਦਾ ਫਿਰ ਉਹ ਪਾਪ ਦੇ ਵਿੱਚੋਂ ਬੰਦਾ ਬਾਹਰ ਨਹੀਂ ਆਉਂਦਾ, ਫਿਰ ਸ਼ੈਤਾਨ ਉਹਨੂੰ ਆਪਣੀ ਮਰਜ਼ੀ ਦੇ ਨਾਲ ਚਲਾਉਂਦਾ। ਫਿਰ ਉਹ ਲੋਕਾਂ ਦੇ ਲਈ ਵੀ ਤਮਾਸ਼ਾ ਆ, ਉਹ ਜਿੱਥੇ ਸੰਗਤੀ 'ਚ ਜਾਂਦਾ ਉਹਨਾਂ ਦੇ ਲਈ ਵੀ ਉਹ ਠੋਕਰ ਦਾ ਕਾਰਨ ਬਣਦਾ, ਤੇ ਨਵੇਂ ਵਿਸ਼ਵਾਸੀ ਜਿਹੜੇ ਉਹਦੇ ਵੱਲ ਦੇਖ ਕੇ ਬਦਲਨੇ ਸੀ ਉਹ ਉਹਨਾਂ ਦੇ ਲਈ ਵੀ ਠੋਕਰ ਦਾ ਕਾਰਨ ਬਣਦਾ। ਫਿਰ ਜਦੋਂ ਆਪਾਂ ਕਿਸੇ ਨੂੰ ਗਵਾਹੀ ਦੇਣ ਜਾਵਾਂਗੇ ਅਗਲਾ ਕਹਿੰਦਾ ਆਹ ਤਾਂ ਸੁਧਰਿਆ ਨਹੀਂ ਜੀ, ਫਿਰ ਨਮੂਨਾ ਕਿਹੜਾ ਪੇਸ਼ ਕੀਤਾ, ਚੰਗਾ ਕਿ ਮਾੜਾ? ਫਿਰ ਨੀਂਹ ਕਾਹਦੇ ਤੇ ਟਿਕੀ ਸੀਗੀ, ਰੇਤਾ ਤੇ ਕਿ ਚਟਾਨ ਤੇ?